ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭੇਖਾਰੀ ਜੀਆ। ਮੈਂ ਕਿਆ ਮੰਗੋ ਕਿਸ ਥਿਰ ਨਾ ਰਹਾਈ, ਹਰ ਦੀਜੈ ਨਾਮ ਪਿਆਰੀ ਜੀਆ। ਘਟ ਘਟ ਰਵ ਰਹਿਆ ਬਨਵਾਰੀ, ਜਲ ਥਲ ਮਹੀਅਲ ਗੁਪਤ ਵਰਤੈ। ਗੁਰ ਸਬਦੀ ਦੇਖ ਨਿਹਾਰੀ ਜੀਆ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ। ਮਾਟੀ ਕਾ ਕਿਆ ਧੂਪੈ ਸੁਆਮੀ, ਮਾਨਸ ਕੀ ਗਤ ਏਹੀ। ਤੁਮਰੀ ਸ਼ਰਨ ਤੁਮਾਰੀ ਆਸਾ, ਤੁਮਹੀ ਸੱਜਣ ਸੋਹਿਲੇ। ਰਾਖੋ ਰਖਣ ਹਰ ਦਇਆਲਾ, ਨਾਨਕ ਕਰਕੇ ਗੋਲੇ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਈ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਇ। ਹੋਵੈ ਸਿਫਤ ਖਸਮ ਦੀ, ਨੂਰ ਅਰਸ਼ੋ ਕੁਰਸੋ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੈ ਸ਼ਾਹ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇਸਾ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਤੀਜਾ, ਵਾਰ ਸਤ ਘਰ ਦਸਵਾਂ। ਇਕ ਓੰਕਾਰ ਸਤਿਗੁਰ ਪ੍ਰਸਾਦ। ਆਦਿਤ ਵਾਰ ਆਦ ਪੁਰਖ ਹੈ ਸੋਈ, ਆਪੇ ਵਰਤੈ ਅਵਰ ਨ ਕੋਈ। ਆਦਿਤ ਵਾਰ ਆਦ ਪੁਰਖ ਹੈ ਸੋਈ, ਆਪੇ ਵਰਤੈ ਅਵਰ ਨ ਕੋਈ। ਓਤ ਪੋਤ ਜਗ ਰਹਿਆ ਪਰੋਈ, ਆਪੇ ਕਰਤਾ ਕਰੈ ਸੋ ਹੋਈ। ਨਾਮ ਰਤੇ ਸਦਾ ਸੁਖ ਹੋਈ,
गुरमुख बिरला बूझै कोई, हृदय जपनी जपो गुण तसा। हर अगम अगोचर अपरंपर स्वामी, जन पग लग त्याव होए दासन दासा। रहाउ सोमवार सच रहया समाई, तिसकी कीमत कहीं न जाए। आख आख रहे सब लिवलाए, जिस दीवै तिस पल्लै पाए। अगम अगोचर लखिया न जाए, गुर का शब्द हर रहया समाई। मंगल माया मोह उपाया, आपे सिर सिर तंदै लाया। आप बुझाए सोई बुझै, गुर कै शब्द दर घर सुझै। प्रेम भगत करै लिवलाई, हउमै ममता शब्द जलाई। बुधवार आपे बुध सार, गुरमुख करणी शब्द विचार। नाम रते मन निर्मल होए, हर गुण गावै हउमै मल खोए। दर सच्चै सद शोभा पाए, नाम रते गुर शब्द सुहाए। लाहा नाम पाए गुरुद्वार, आपे देवै देवनहार। जो देवै तिसको बल जाइयै, गुर प्रसादी आप। नानक नाम रखो उर तार, देवनहारी को जयकार। वीरवार वीर परम भुलाए, प्रेत भूत सब दूजै लाए। आप उपाय कर विखै विका, सबना करते तेरी टेका। जिय जनता तेरी शरणाई, सो मिलै जिस लह मिलाई। शुक्रवार प्रभ रहया समाई, आप उपाय सब कीमत पाई। गुरमुख होवै सो करै विचार, सच संयम करनी है कार। वर
ਵਰਤ ਨੇਮ ਨਿਤ ਪ੍ਰਤ ਪੂਜਾ ਬਿਨ ਬੁਝੇ ਸਭ ਭਾਉ ਹੈ ਦੂਜਾ ਸ਼ਨਿਚਰ ਵਾਰ ਸੌਣ ਸਾਸਤ ਵਿਚਾਰ ਹਉਮੈ ਮੇਰਾ ਭਰਮੈ ਸੰਸਾਰ ਮਨ ਮੁਖ ਅੰਧਾ ਦੂਜੈ ਭਾਈ ਜਾਮਦਾਰ ਬਾਧਾ ਚੋਟਾਂ ਖਾਈ ਗੁਰ ਪ੍ਰਸਾਦੀ ਸਦਾ ਸੁਖ ਪਾਈ ਸੱਚ ਕਰਨੀ ਸੱਚ ਲਿਵ ਲਾਈ ਸਤਿਗੁਰ ਸੇਵਹਿ ਸੇ ਵੱਡਾ ਭਾਗੀ ਹਉਮੈ ਮਾਰ ਸੱਚ ਲਿਵ ਲਾਗੀ ਤੇਰਾ ਰੰਗ ਰਾਤੀ ਸਹਿਜ ਸੁਪਾਏ ਤੂੰ ਸੁਖ ਦਾਤਾ ਲਹਿ ਮਿਲਾਏ ਏਕਸ ਤੇ ਦੂਜਾ ਨਾਹੀ ਕੋਈ ਗੁਰਮੁਖ ਬੁਝੈ ਸੋਝੀ ਹੋਏ 15 ਤਿੱਤੀ ਤੈ 7 ਵਾਰ ਮਹਾਰੁਤੀ ਆਵਹਿ ਵਾਰ ਵਾਰ ਦਿਨ ਸਰੈਣ ਤਿਵੈ ਸੰਸਾਰ ਆਵਾ ਗਉਣ ਕੀਆ ਕਰਤਾਰ ਨਿਹਚਲ ਸਾਚ ਰਹਿਆ ਕਲ ਧਾਰ ਨਾਨਕ ਗੁਰਮੁਖ ਬੁਝੈ ਕੋ ਸ਼ਬਦ ਵਿਚਾਰ ਨਿਹਚਲ ਸਾਚ ਰਹਿਆ ਕਲ ਧਾਰ ਨਾਨਕ ਗੁਰਮੁਖ ਬੁਝੈ ਕੋ ਸ਼ਬਦ ਵਿਚਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਸਾਹਿਬ ਜੀ ਸੋਰਠ ਮਹੱਲਾ ਨਵਾ ਜੋ ਨਰ ਦੁਖ ਮੈਂ ਦੁਖ ਨਹੀਂ ਮਾਨੈ ਸੁਖ ਸਨੇਹ ਵਰ ਭੈ ਨਹੀਂ ਜਾਕੈ ਕੰਚਨ ਮਾਟੀ ਮਾਨੈ ਰਹਾਉ ਨਹਿੰਦਿਆ ਨਹਿ ਉਸਤਤ ਜਾਕੈ ਲੋਭ ਮੋਹ ਅਭਮਾਨਾ ਹਰ ਇੱਕ ਸੋਗ ਤੇ ਰਹਿ ਨਿਆਰੂ ਨਾਹੀਂ
ਮਾਨ ਅਪਮਾਨਾ। ਆਸਾ ਮਨਸਾ ਸਗਲ ਤਿਆਗੈ, ਜਗ ਤੇ ਰਹਿ ਨਿਰਾਸਾ। ਕਾਮ ਕ੍ਰੋਧ ਜੇ ਪਰਸੈ ਨਾਹਿ ਨਾ, ਤਿਹ ਕਟ ਬ੍ਰਹਮ ਨਿਵਾਸਾ। ਗੁਰ ਕਿਰਪਾ ਜਿਹ ਨਰ ਕੋ ਕੀਨੀ, ਤਿਹ ਜੁਗਤ ਪਛਾਨੀ। ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਨੀ ਸੰਗ ਪਾਨੀ। ਜਿਉ ਬੁਲਾਵੈ ਤਿਉ ਬੋਲੇ ਸੁਆਮੀ। ਕੁਦਰਤ ਕਵਣ ਹਮਾਰੀ, ਸਾਧ ਸੰਗ ਨਾਨਕ ਜਸ ਗਾਇਓ। ਜੋ ਪ੍ਰਭ ਕੀ ਆਤ ਪਿਆਰੀ, ਤੁਧ ਆਗੇ ਅਰਦਾਸ ਹਮਾਰੀ। ਜਿਉ ਪਿੰਡ ਸਭ ਤੇਰਾ, ਕਹੋ ਨਾਨਕ ਸਭ ਤੇਰੀ ਵਡਿਆਈ। ਕੋਈ ਨਾਮ ਨਾ ਜਾਣੈ ਮੇਰਾ, ਏਕੰਕਾਰ ਸਤਿਗੁਰੂ। ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤ ਸਤਿਕਾਰਯੋਗ ਜੁਗੋ ਜੁਗ ਅਟਲ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਪਵਿੱਤਰ ਚਰਨ ਹਜ਼ੂਰੀ ਦੇ ਅੰਦਰ ਨੌਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀ ਪਾਵਨ ਯਾਦ ਨੂੰ ਸਮਰਪਿਤ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਵਿਖੇ ਸਜੇ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀ ਹਾਜ਼ਰੀ ਭਰ ਰਹੇ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ,
ਵਡਭਾਗੇ ਹਾਂ। ਜੋ ਸਾਹਿਬਾਨ ਨੇ ਮਿਹਰ ਕਰਕੇ ਬਖਸ਼ਿਸ਼ ਕਰਕੇ ਸਾਨੂੰ ਕਲਯੁਗੀ ਜੀਵਾਂ ਨੂੰ ਆਪਣੀ ਪਾਵਨ ਪਵਿੱਤਰ ਹਾਜ਼ਰ ਹਜ਼ੂਰੀ ਦੇ ਅੰਦਰ ਬੈਠ ਕਰਕੇ ਆਪਣੀ ਅੰਮ੍ਰਿਤ ਬਾਣੀ ਦੇ ਕੀਰਤਨ ਔਰ ਇਸ ਸਮੇਂ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਦੀ ਰਾਹੀਂ ਆਪਣੇ ਸਚੜੇ ਘਰ ਦੇ ਸੁਹੇਲੇ ਗਾਉਣ ਦਾ ਸੁਭਾਗਾ ਸਮਾਂ ਬਖਸ਼ਿਸ਼ ਕੀਤਾ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਉਚਾਰੀ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਜੋ ਬਿਲਾਵਲ ਰਾਗ ਦੇ ਅੰਦਰ ਮੁੱਖ ਕਰਕੇ ਥਿੱਤੀ ਸਰਲੇਖ ਦੇ ਹੇਠ ਦਰਜ ਸੀ, ਉਹ ਆਪ ਜੀ ਨੇ ਸਰਵਣ ਕੀਤੀ, ਜਿਹਦੇ ਅੰਦਰ ਪਿਆਰੇ ਪ੍ਰਭੂ ਪਿਤਾ ਜੀ ਨੇ ਸਾਨੂੰ 15 ਥਿੱਤਾਂ ਦੇ ਰਾਹੀਂ ਉਪਦੇਸ਼ ਦਿੱਤਾ। ਔਰ ਹੁਣ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁਬਾਰਕ ਅੰਗ 841 ਦੇ ਉੱਪਰ ਸੁਭਾਏਮਾਨ ਬਾਪੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਦੇ ਮੁਬਾਰਕ ਰਸਨਾ ਤੋਂ ਉਚਾਰੀ ਹੋਈ ਬਾਣੀ ਜੋ ਮੁੱਖ ਕਰਕੇ ਵਾਰ 7 ਦੇ ਸਿਰਲੇਖ ਹੇਠ ਦਰਜ ਹੈ। ਇਹਦੇ ਅੰਤਮ ਵਿੱਚ ਸਤਿਗੁਰਾਂ ਨੇ ਬੋਲ ਵੀ ਆਖੇ ਨੇ, 15 ਥਿੱਤੀ ਤੈ 7 ਵਾਰ ਮਹਾਰੁਤੀ ਆਵੈ ਵਾਰ ਵਾਰ। ਪਹਿਲੋਂ 15 ਥਿੱਤਾਂ ਦੇ ਰਾਹੀਂ ਉਪਦੇਸ਼ ਦਿੱਤਾ ਤੇ ਹੁਣ ਸਤਿਗੁਰੂ ਐਤਵਾਰ ਤੋਂ ਆਰੰਭ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮੁਬਾਰਕ ਬੋਲੀ ਅਨੁਸਾਰ ਆਦਿਤ ਤੋਂ ਆਰੰਭ ਕਰਕੇ ਸਤਿਗੁਰਾਂ ਨੇ ਸ਼ਨੀਚਰਵਾਰ ਤੱਕ ਆਪਣੀ ਮੁਬਾਰਕ ਰਸਨਾ ਤੋਂ ਉਪਦੇਸ਼ ਦਿੱਤਾ। ਆਦਿਤ ਭਾਵ ਐਤਵਾਰ ਤੋਂ ਆਰੰਭ ਕਰਕੇ ਸ਼ਨੀਵਾਰ ਤੱਕ 7 ਦਿਨਾਂ ਦੇ ਪਰਥਾਏ ਸਤਿਗੁਰਾਂ ਨੇ ਆਪਣੀ ਮੁਬਾਰਕ ਬਾਣੀ ਉਚਾਰੀ। ਜਿਹੜਾ ਵੀ ਦਿਨ ਆਇਆ ਉਹਦੇ ਮੁਤਾਬਕ ਸਤਿਗੁਰਾਂ ਨੇ ਬਾਣੀ ਉਚਾਰੀ। ਮੰਗਲਵਾਰੇ ਲੈ ਮਾਹੀਤ, ਜਿਵੇਂ ਬੁੱਧਵਾਰ ਆਇਆ ਬੁੱਧਵਾਰ ਬੁੱਧ ਕਰੇ ਪ੍ਰਗਾਸ। ਵੀਰਵਾਰ ਆਇਆ ਵੀਰਵਾਰ ਦੇ ਤਾਈਂ ਸਤਿਗੁਰੂ ਕਹਿਣ ਲੱਗੇ ਜਿਹੜਾ ਇਹਨਾਂ ਦਿਨਾਂ ਵਿੱਚ ਭਰਮ ਚੁਕਾ ਦਿੰਦਾ ਹੈ। ਸ਼ੁੱਕਰਵਾਰ ਆਇਆ ਉੱਥੇ ਵੀ ਸਤਿਗੁਰਾਂ ਉਪਦੇਸ਼ ਦਿੱਤਾ। ਸ਼ਨੀਵਾਰ ਆਇਆ ਉੱਥੇ ਵੀ ਸਤਿਗੁਰਾਂ ਉਪਦੇਸ਼ ਦਿੱਤਾ। ਪਰ ਜੋ ਇਸ ਬਾਣੀ ਦਾ ਸਤਿਗੁਰਾਂ ਨੇ ਮੁੱਢ ਬੰਨਿਆ ਉਹ ਬੰਨਿਆ ਐਤਵਾਰ ਤੋਂ, ਆਦਿਤ ਤੋਂ। ਆਦਿਤ ਤੋਂ ਸਤਿਗੁਰੂ ਨੇ ਇਹ ਪਾਵਨ ਮੁਬਾਰਕ ਬਾਣੀ ਆਰੰਭ ਕੀਤੀ ਹੈ, ਜਿਹਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬੋਲ ਲਿਖੇ ਨੇ, ਆਦਿਤ ਕਰੈ ਭਗਤ ਆਰੰਭ। ਇਹ ਭਗਤ ਕਬੀਰ ਸਾਹਿਬ ਜੀ ਦੇ ਵੀ ਬੋਲ ਜੋ ਉਹਨਾਂ ਦੇ ਗੌੜੀ ਰਾਗ ਦੇ ਅੰਦਰ ਦਰਜ ਨੇ। ਉਹਨਾਂ ਨੇ ਵੀ 15 ਥਿੱਤਾਂ ਤੇ 7 ਵਾਰਾਂ ਦੇ ਪਰਥਾਏ ਬਾਣੀ ਉਚਾਰਨ ਕੀਤੀ ਹੈ। ਰੋ ਵਿਚਾਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਸੁਭਾਗਾ ਸਮਾਂ ਬਖਸ਼ਿਆ ਜੋ ਇਸ ਮੁਬਾਰਕ ਬੋਲਾਂ ਦੀ ਵਿਚਾਰ ਕਥਾ ਕਰਨ ਦਾ ਸੁਣਨ ਦਾ ਸਾਨੂੰ ਸੁਭਾਗਾ ਸਮਾਂ ਬਖਸ਼ਿਸ਼ ਕੀਤਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਸਿਰ ਤੇ ਮਿਹਰ ਭਰਿਆ ਹੱਥ ਰੱਖਣ, ਅੰਦਰ ਨੂੰ ਟਿਕਾਓ
ਪ੍ਰੇਮ ਔਰ ਵੈਰਾਗ ਦੀ ਸਤਿਗੁਰੂ ਜੀ ਭਾਵਨਾ ਬਖਸ਼ ਕੇ ਵਿੱਚ ਆਪ ਵਰਤ ਕੇ ਆਪ ਹੀ ਆਪਣੀ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਕਰਵਾ ਲੈਣ। ਆਓ ਜਿਓ ਪਿਆਰ ਨਾਲ ਪੜ੍ਹਨਾ ਤੇ ਸੁਣਨਾ ਕਰੀਏ। ਵਿਚਾਰ ਦੀ ਆਰੰਭਤਾ ਤੋਂ ਪਹਿਲੋਂ ਕਰੋ ਮਨ ਬਿਰਤੀਆਂ ਇਕਾਗਰ, ਸੁਰਤ ਨੂੰ ਜੋੜਦੇ ਹੋਏ ਆਸੀਸ ਬਖਸ਼ਦੇ ਹੋਏ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਤੀਜਾ। ਵਾਰ ਸਤ ਘਰ ਦਸਵਾਂ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸਤਿਗੁਰਾਂ ਨੇ ਕਿਰਪਾ ਕੀਤੀ, ਬਖਸ਼ਿਸ਼ ਕੀਤੀ। ਤੀਸਰੇ ਪਾਤਸ਼ਾਹ ਮਹੱਲਾ ਤੀਜਾ। ਭਾਵ ਸੰਕੇਤ ਹੈ ਕਿ ਜਿਹੜੀ ਬਾਣੀ ਹੈ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੀ ਬਾਣੀ ਹੈ। ਅੱਗੇ ਸਤਿਗੁਰਾਂ ਨੇ ਸੰਕੇਤ ਦਿੱਤਾ, ਜਿਵੇਂ ਪਿਛਲੀ ਆਪਾਂ ਬਾਣੀ ਦੀ ਵਿਚਾਰ ਕੀਤੀ ਹੈ ਉਹਦੇ ਵਿੱਚ ਵੀ ਸਤਿਗੁਰਾਂ ਨੇ ਸੰਕੇਤ ਦਿੱਤਾ। ਥਿੱਤੀ ਇੱਥੇ ਦਿੱਤਾ ਸਤਿਗੁਰਾਂ ਨੇ ਸੰਕੇਤ ਵਾਰ ਸਤ। ਤੇ ਦੋਵਾਂ ਵਿੱਚ ਇੱਕ ਗੱਲ ਕਾਮਨ ਹੈ ਕਿ ਉਹ ਵੀ 10ਵੇਂ ਘਰ ਦੀ ਬਾਣੀ ਸੀ ਤੇ ਇਹ ਵੀ 10ਵੇਂ ਘਰ ਚ ਗਾਇਨ ਕਰਨ ਵਾਸਤੇ ਸਤਿਗੁਰਾਂ ਨੇ ਹਦਾਇਤ ਕੀਤੀ ਹੈ। ਥਿੱਤੀ ਘਰ 10ਵਾਂ, ਉੱਥੇ ਨਾਲ ਸ਼ਬਦ ਜਤ ਵੀ ਵਰਤਿਆ ਸੀ ਪਰ ਇੱਥੇ ਨਹੀਂ ਵਰਤਿਆ। ਬਿਲਾਵਲ ਮਹੱਲਾ ਤੀਜਾ ਵਾਰ ਸਤ ਘਰ 10ਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ। ਇਹ ਜਿਹੜੀ ਮੁਬਾਰਕ ਬਾਣੀ ਹੈ ਆਦਿਤ, ਆਦਿਤ ਦਾ ਵੀ ਆਪਾਂ ਇੱਥੇ ਅਰਥ ਇੱਕੋ ਓੰਕਾਰ ਹੀ ਕਰਨਾ ਹੈ। ਮੈਂ ਇਸ ਕਰਕੇ ਬੇਨਤੀ ਕਰ ਰਿਹਾ ਕਿ ਜੋ ਸਤਿਗੁਰਾਂ ਨੇ ਗੁਰਬਾਣੀ ਦਾ ਸਭ ਤੋਂ ਛੋਟਾ ਮੰਗਲ ਇਸ ਬਾਣੀ ਦੇ ਪਰਥਾਏ ਦਰਜ ਕਰਕੇ ਆਖਿਆ ਕਿ ਉਹ ਵਾਹਿਗੁਰੂ ਪਰਮੇਸ਼ਰ ਤਿੰਨ ਨਹੀਂ, ਉਹ ਵਾਹਿਗੁਰੂ ਪਰਮੇਸ਼ਰ ਚਾਰ ਨਹੀਂ, ਉਹ ਵਾਹਿਗੁਰੂ ਪਰਮੇਸ਼ਰ ਪੈਦਾ ਕਰਨ ਵਾਲਾ ਹੋਰ ਤੇ ਮਾਰਨ ਵਾਲਾ ਹੋਰ ਤੇ ਰੋਜੀ ਦੇਣ ਵਾਲਾ ਹੋਰ ਨਹੀਂ। ਅਸਲ ਵਿੱਚ ਇਹ ਪਿਆਰ ਵਾਲਿਆ ਉਹ ਪੈਦਾ ਵੀ ਆਪ ਕਰਦਾ ਹੈ, ਉਹ ਇਸ ਸੰਸਾਰ ਉੱਪਰ ਰੋਜੀ ਰੋਟੀ ਵੀ ਆਪ ਦਿੰਦਾ ਹੈ ਤੇ ਜਦੋਂ ਇਨਸਾਨ ਦੇ ਸਾਹ ਖਤਮ ਹੋ ਜਾਂਦੇ ਨੇ ਉਦੋਂ ਇਨਸਾਨ ਨੂੰ ਲੈ ਕੇ ਵੀ ਆਪ ਹੀ ਚਲਿਆ ਜਾਂਦਾ ਹੈ। ਇੱਕ ਓੰਕਾਰ, ਉਹ ਵਾਹਿਗੁਰੂ ਪਰਮੇਸ਼ਰ ਇੱਕ ਹੈ ਤੇ ਉਹਦਾ ਸਾਰਿਆਂ ਵਿੱਚ ਪ੍ਰਸਾਰ ਹੈ। ਚਾਹੇ ਉਹ ਪਸ਼ੂ ਹੈ, ਚਾਹੇ ਉਹ ਪੰਛੀ ਹੈ, ਚਾਹੇ ਉਹ ਦਰਖਤ ਹੈ, ਚਾਹੇ ਪਹਾੜ ਹੈ, ਚਾਹੇ ਬੱਚਾ ਹੈ, ਚਾਹੇ ਬੁੱਢਾ ਹੈ, ਚਾਹੇ ਨਰ ਹੈ, ਚਾਹੇ ਨਾਰੀ ਹੈ, ਚਾਹੇ ਸਿੱਧ ਹੈ, ਜੋ ਵੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ ਪ੍ਰਮਾਤਮਾ ਜਾਤਾਂ ਵਿੱਚ ਵੀ, ਕੁਜਾਤਾਂ ਵਿੱਚ ਵੀ, ਉੱਚੇ ਵਿੱਚ ਵੀ, ਨੀਵੇਂ ਵਿੱਚ ਵੀ, ਗੋਰੇ ਵਿੱਚ ਵੀ, ਕਾਲੇ ਵਿੱਚ ਵੀ, ਅੰਨੇ ਵਿੱਚ ਵੀ, ਸੁਜਾਖੇ ਵਿੱਚ ਵੀ, ਬਹਿਰੇ ਵਿੱਚ ਵੀ, ਸਹਿਰੇ ਵਿੱਚ ਵੀ, ਪ੍ਰਮਾਤਮਾ ਸਾਰਿਆਂ ਵਿੱਚ ਵਸਦਾ ਹੈ। ਇੱਕ ਓੰਕਾਰ, ਉਸ ਵਾਹਿਗੁਰੂ ਪਰਮੇਸ਼ਰ ਤੋਂ ਬਿਨਾ ਇਸ ਸੰਸਾਰ ਅੰਦਰ ਹੋਰ ਕੁਝ ਵੀ ਨਹੀਂ। ਤੇ ਜਿਹੜਾ ਕੁਝ ਆਪਾਂ ਕਹਿ ਦਵਾਂਗੇ ਪ੍ਰਮਾਤਮਾ ਤੋਂ ਬਿਨਾ, ਸਤਿਗੁਰੂ ਬਾਣੀ ਦੇ ਅੰਦਰ ਹੀ ਇਹ ਕਥਨ ਕਰਦੇ ਨੇ ਪਿਆਰ ਵਾਲਿਆ, ਇਉਂ ਸੋਚੀ ਪ੍ਰਮਾਤਮਾ ਤੋਂ ਬਿਨਾ ਕੁਝ ਨਹੀਂ। ਅਸਲ ਵਿੱਚ ਤੇਰੀ ਸੋਚ ਜਾਂ ਤੇਰਾ ਦਿਮਾਗ ਉਤਨਾ ਕੰਮ ਨਹੀਂ ਕਰਦਾ ਕਿ ਤੂੰ ਇਹਨਾਂ ਗੱਲਾਂ ਵਿੱਚ ਪਰਮਾਤਮਾ ਵਾਹਿਗੁਰੂ ਜੀ ਨੂੰ ਤੱਕ ਲਵੇਂ। ਤੇ ਫਿਰ ਜੇ ਸਵਾਲ ਹੋਵੇ ਉਹ ਵਾਹਿਗੁਰੂ ਪਰਮੇਸ਼ਰ ਮਿਲਦਾ ਕਿਵੇਂ ਹੈ, ਉਹ ਪ੍ਰਾਪਤ ਕਿਵੇਂ ਹੁੰਦਾ ਹੈ? ਸਤਿਗੁਰੂ ਨੇ ਚਾਹੇ ਇੱਥੇ 5 ਅੱਖਰਾਂ ਵਿੱਚ ਗੱਲ ਮੁਕਾ, 5.5 ਅੱਖਰਾਂ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਨੇ ਇੱਥੇ ਬਾਤ ਮੁਕਾ ਦਿੱਤੀ। ਸਤਿਗੁਰੂ ਕਹਿਣ ਲੱਗੇ ਜੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਾਪਤ ਕਰਨਾ ਹੋਵੇ ਤਾਂ ਉਹ ਮਿਲਦਾ ਕਿਵੇਂ ਹੈ? ਗੁਰੂ ਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ ਹੈ। ਪਰ ਜੋ ਇੱਥੇ ਸਤਿਗੁਰੂ ਨੇ ਬੋਲ ਵਰਤੇ ਉਹਨੇ 7.5 ਅੱਖਰ, ਭਾਵ ਸੱਸਾ ਤੱਤਾ ਗੱਗਾ ਰਾਰਾ ਪੱਪਾ ਫੇਰ ਪੈਰ ਚਰਾਰਾ ਸੱਸਾ ਤੇ ਦੱਦਾ, ਸਤਿਗੁਰ ਪ੍ਰਸਾਦ। ਇੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਗੁਰ ਪਰਮੇਸ਼ਰ ਦੀ
ਕਿਰਪਾ ਦੇ ਨਾਲ ਪ੍ਰਾਪਤ ਹੋ ਜਾਂਦਾ ਹੈ। ਪਰ ਗੁਰੂ ਦੀ ਕਿਰਪਾ ਕਿਵੇਂ ਹੁੰਦੀ ਏ? ਹੁਣ ਸਵਾਲ ਤੇ ਹੋ ਗਿਆ ਨਾ ਵੀ ਠੀਕ ਹੈ, ਪਤਾ ਲੱਗ ਗਿਆ ਪ੍ਰਮਾਤਮਾ ਸਭ ਵਿੱਚ ਵਸਦਾ ਹੈ, ਪਤਾ ਲੱਗ ਗਿਆ ਕਿ ਵਾਹਿਗੁਰੂ ਪਰਮੇਸ਼ਰ ਗੌੜ ਖੁਦਾ ਦਾ ਸਾਰਿਆਂ ਵਿੱਚ ਵਸ ਹੈ, ਪਤਾ ਲੱਗ ਗਿਆ ਕਿ ਵਾਹਿਗੁਰੂ ਪਰਮੇਸ਼ਰ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਹੁਣ ਜਰਾ ਇਹ ਵੀ ਕਿਰਪਾ ਕਰੋ, ਇਹ ਵੀ ਦੱਸੋ ਵੀ ਗੁਰੂ ਦੀ ਕਿਰਪਾ ਕਿਵੇਂ ਮਿਲਦੀ ਹੈ, ਗੁਰੂ ਦੀ ਕਿਰਪਾ ਕਿਵੇਂ ਹਾਸਲ ਹੁੰਦੀ ਹੈ? ਉਹ ਵੀ ਸਤਿਗੁਰੂ ਬਾਣੀ ਅੰਦਰ ਕਿਰਪਾ ਕਰਦੇ ਨੇ। ਗੁਰੂ ਦੀ ਕਿਰਪਾ ਗੁਰੂ ਦੀ ਹਜ਼ੂਰੀ ਵਿੱਚ ਬਹਿ ਕੇ ਪ੍ਰਾਪਤ ਹੁੰਦੀ ਹੈ। ਗੁਰੂ ਦੀ ਕਿਰਪਾ ਜਿਵੇਂ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਇਤਿਹਾਸ ਵਿੱਚ ਭਾਈ ਲਾਲੋ ਨੇ ਕਿਰਪਾ ਹਾਸਲ ਕੀਤੀ, ਗੁਰੂ ਦੀ ਕਿਰਪਾ ਉਸ ਤਰੀਕੇ ਨਾਲ ਪ੍ਰਾਪਤ ਹੁੰਦੀ ਹੈ। ਰਹੋ ਵਿਚਾਰ ਛੋਟਾ ਮੰਗਲ ਉਚਾਰ ਕੇ ਸਤਿਗੁਰੂ ਕਹਿਣ ਲੱਗੇ ਵਾਹਿਗੁਰੂ ਪਰਮੇਸ਼ਰ ਇੱਕ ਹੈ ਤੇ ਉਹ ਸੱਚੜੇ ਗੁਰੂ ਦੀ ਕਿਰਪਾ ਦੇ ਨਾਲ ਪ੍ਰਾਪਤ ਹੋ ਜਾਂਦਾ ਹੈ। ਆਦਿਤ ਵਾਰ ਆਦ ਪੁਰਖ ਹੈ ਸੋਈ, ਆਪੇ ਵਰਤੈ ਅਵਰ ਨਾ ਕੋਈ। ਆਦਿਤ ਦਾ ਅਰਥ ਵੀ ਆਪਾਂ ਕਰਾਂਗੇ ਇੱਕ ਓੰਕਾਰ, ਭਾਵ ਉਸੇ ਵਾਹਿਗੁਰੂ ਪਰਮੇਸ਼ਰ ਤੋਂ ਇਹ ਸਾਰਾ ਕੁਝ ਸ਼ੁਰੂ ਹੋ ਰਿਹਾ ਜੋ ਸਤਿਗੁਰੂ ਨੇ ਬਚਨ ਵਰਤਿਆ। ਕਹਿਣ ਲੱਗੇ ਆਦਿਤ, ਆਦਿਤ ਕਹਿੰਦੇ ਨੇ ਐਤਵਾਰ ਨੂੰ, ਪਰ ਇੱਥੇ ਜੋ ਆਪਾਂ ਦਿਨਾਂ ਤੋਂ ਸੰਕੇਤ ਲੈਣਾ ਕਿ ਸ਼ੁਰੂਆਤ ਹੈ। ਸ਼ੁਰੂਆਤ ਕਿਤੋਂ ਹੈ? ਵਾਹਿਗੁਰੂ ਪਰਮੇਸ਼ਰ ਤੋਂ। ਸਤਿਗੁਰਾਂ ਦਾ ਮੁਬਾਰਕ ਅੰਗ 344 ਬੜੇ ਮੁੱਢ ਜਿਹੇ ਚੋਂ ਭਗਤ ਸਾਹਿਬ ਜੀ ਦੀ ਬਾਣੀ ਸ਼ੁਰੂ ਹੋ ਜਾਂਦੀ ਏ, ਜਿਹਦਾ ਸਿਰਲੇਖ ਭਗਤ ਸਾਹਿਬ ਜੀ ਨੇ ਲਿਖਿਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਰਾਗ ਗੌੜੀ ਵਾਰ ਕਬੀਰ ਜੀਓ ਕੇ ਸਤ। ਕਹਿਣ ਲੱਗੇ ਵਾਰ ਵਾਰ ਹਰ ਕੇ ਗੁਣ ਗਾਵੋ, ਗੁਰਗਮ ਭੇਦ ਸੋ ਹਰ ਕਾ ਪਾਵੋ। ਉਸ ਵਾਹਿਗੁਰੂ ਪਰਮੇਸ਼ਰ ਦੇ ਬਾਰ-ਬਾਰ ਗੁਣਾਂ ਨੂੰ ਗਾਇਨ ਕਰੋ। ਜੇ ਬਾਰ-ਬਾਰ ਗੁਣ ਗਾਇਨ ਕਰੋਗੇ ਤਾਂ ਕਿਤੇ ਜਾ ਕੇ ਉਸ ਵਾਹਿਗੁਰੂ ਪਰਮੇਸ਼ਰ ਜੀ ਦਾ ਤੁਸੀਂ ਗੁਣ ਭਾਵ ਉਹਦੀ ਸੋਭਾ ਨੂੰ ਜਾਣ ਸਕੋਗੇ। ਇਹ ਪੰਕਤੀ ਦੀ ਵਿਆਖਿਆ ਵੀ ਕਰਾਂ, ਪਰ ਅਗਲੀਆਂ ਪੰਕਤੀਆਂ ਨੂੰ ਨਾਲ ਲੈ ਲਈਏ। ਕਹਿਣ ਲੱਗੇ ਬਾਰ-ਬਾਰ ਹਰ ਕੇ ਗੁਣ ਗਾਵੋ, ਗੁਰਗਮ ਭੇਦ ਸੋ ਹਰ ਕਾ ਪਾਵੋ ਰਹਾਓ। ਆਦਿਤ ਕਰੈ ਭਗਤ ਆਰੰਭ, ਕਾਇਆ ਮੰਦਰ ਮਨਸਾ ਥੰਬ। ਅਹਨਿਸ ਖੰਡ ਸੁਰਹੀ ਜਾਏ, ਅਨਹਦ ਬੇਨ ਸਹਿਜ ਮੈਂ ਬਾਏ। ਇੱਥੇ ਸਤਿਗੁਰਾਂ ਨੇ ਗੱਲ ਸਪਸ਼ਟ ਕਰ ਦਿੱਤੀ, ਜੋ ਇਹ ਪਾਵਨ ਬੋਲਾਂ ਦੇ ਅੰਦਰ ਸਤਿਗੁਰੂ ਕਿਰਪਾ ਕਰਦੇ ਨੇ। ਆਦਿਤ ਕਰੈ ਭਗਤ ਆਰੰਭ, ਉਸ ਵਾਹਿਗੁਰੂ ਪਰਮੇਸ਼ਰ ਜੀ ਤੋਂ ਹੀ ਭਗਤੀ ਦੀ ਸ਼ੁਰੂਆਤ ਹੁੰਦੀ ਹੈ। ਉਸ ਵਾਹਿਗੁਰੂ ਪਰਮੇਸ਼ਰ ਜੀ ਤੋਂ ਹੀ ਸਾਰੀ, ਕਹਿਣ ਲੱਗੇ ਚਾਹੇ ਕਾਇਨਾਤ ਹੈ ਚਾਹੇ ਸੰਸਾਰ ਹੈ, ਇਸ ਸੰਸਾਰ ਦੀ ਸ਼ੁਰੂਆਤ ਹੁੰਦੀ ਹੈ। ਆਦਿਤ ਕਰੈ ਭਗਤ ਆਰੰਭ, ਕਾਇਆ ਮੰਦਰ ਮਨਸਾ ਥੰਬ। ਇਸ ਕਾਇਆ ਰੂਪੀ ਸਰੀਰ ਨੂੰ, ਇਸ ਸਰੀਰ ਨੂੰ ਸਾਂਭਿਆ ਕਿਹਨੇ ਹੋਇਆ? ਮਨਸਾ ਥੰਬ। ਮਨਸਾ ਵੀ ਆਪਾਂ ਵਾਹਿਗੁਰੂ ਪਰਮੇਸ਼ਰ ਜੀ ਅਰਥ ਕਰਾਂਗੇ ਕਿ ਜੇ ਸਰੀਰ ਨੂੰ ਕਿਸੇ ਨੇ ਸਾਂਭਿਆ ਹੋਇਆ ਤਾਂ ਉਹ ਵਾਹਿਗੁਰੂ ਪਰਮੇਸ਼ਰ ਜੀ ਦੇ ਨਾਮ ਨੇ ਹੀ ਸਾਂਭਿਆ ਹੋਇਆ। ਉਸ ਤੋਂ ਬਿਨਾ ਇਹ ਸੰਸਾਰ ਦੇ ਅੰਦਰ ਹੋਰ ਕੁਝ ਨਹੀਂ। ਉਸ ਤੋਂ ਬਿਨਾ ਇਹ ਸੰਸਾਰ ਨੂੰ ਸਹਾਰਾ ਦੇਣ ਵਾਲਾ ਹੋਰ ਕੋਈ ਨਹੀਂ। ਉਸ ਤੋਂ ਬਿਨਾ ਚਾਹੇ ਉਹ ਕੋਈ ਪਸ਼ੂ ਹੈ, ਪੰਛੀ ਹੈ, ਜੋ ਮੈਂ ਪਹਿਲਾਂ ਵਿਚਾਰ ਕਰ ਚੁੱਕਿਆ, ਕਿਸੇ ਨੂੰ ਵੀ ਹੋਰ ਕੋਈ ਸਹਾਰਾ ਨਹੀਂ ਦੇ ਸਕਦਾ ਉਸ ਵਾਹਿਗੁਰੂ ਪਰਮੇਸ਼ਰ ਜੀ ਦੇ ਨਾਮ ਤੋਂ ਬਿਨਾ। ਜਿਵੇਂ ਭਗਤ ਨਾਮਦੇਵ ਸਾਹਿਬ ਜੀ ਕਹਿੰਦੇ ਨੇ ਨਾ, ਅੱਜ ਮੈਂ ਉਸ ਬੀਠਲ ਦੇ ਦਰਸ਼ਨ ਕਰ ਲਏ ਨੇ, ਆਜ ਨਾਮੇ ਬੀਠਲ ਦੇਖਿਆ ਮੂਰਖ ਕੋ ਸਮਝਾਓ ਰੇ। ਉਹ ਭਲਿਆ ਲੋਕਾਂ ਕਿਹੜੀਆਂ ਮੂਰਤੀਆਂ ਰੱਖ ਕੇ ਪੂਜਦਾ ਪਿਆ। ਤੇਰਾ ਕੀ ਖਿਆਲ ਹੈ ਵੀ ਬ੍ਰਹਮਾ ਜੀ ਤੋਂ ਸੰਸਾਰ ਪੈਦਾ ਹੋਇਆ? ਤੇਰਾ ਕੀ ਖਿਆਲ ਹੈ ਵੀ ਵਿਸ਼ਨੂੰ ਜੀ ਰੋਜੀ ਰੋਟੀ ਦਿੰਦੇ ਨੇ? ਤੇਰਾ ਕੀ ਖਿਆਲ ਹੈ ਵੀ ਮਹੇਸ਼ ਜੀ ਸੰਸਾਰ ਤੋਂ ਲੈ ਚਲੇ ਜਾਂਦੇ ਨੇ? ਨਹੀਂ। ਕਹਿਣ ਲੱਗੇ ਤਿੰਨ ਨਹੀਂ, ਅਸਲ ਵਿੱਚ ਜੇ ਤੇਰੀ ਭਗਤੀ ਵਾਲੀ ਨਿਗਾਹ ਬਣੇਗੀ ਤਾਂ ਤੈਨੂੰ ਪਤਾ ਲੱਗੇਗਾ। ਆਦਿਤ ਕਰੈ ਭਗਤ ਆਰੰਭ, ਕਾਇਆ ਮੰਦਰ ਮਨਸਾ ਥੰਬ। ਅਹਨਿਸ ਖੰਡ ਸੁਰਹੀ ਜਾਏ ਤੋ ਅਨਹਦ ਸ਼ਬਦ ਬੇਣ ਧੁਨ ਬਾਏ। ਕਹਿਣ ਲੱਗੇ ਪਰਮਾਤਮਾ ਦਾ ਹੀ ਸ਼ਬਦ ਅੰਦਰ ਗੂੰਜ ਜਾਏਗਾ। ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਮੁਬਾਰਕ ਬੋਲ ਨੇ। ਸਤਿਗੁਰਾਂ ਦਾ ਮੁਬਾਰਕ ਅੰਗ 929 ਤੇ 929 ਦੇ ਬੜੇ ਅਖੀਰ ਦੇ ਵਿੱਚੋਂ ਜਾ ਕੇ ਬਾਣੀ ਸ਼ੁਰੂ ਹੁੰਦੀ ਏ। ਰਾਮ ਕਲੀ ਮਹੱਲਾ ਪਹਿਲਾ, ਦੱਖਣੀ ਓੰਕਾਰ।
ਉਹ ਦੱਖਣੀ ਓੰਕਾਰ ਦੀ ਜਿਹੜੀ ਬਾਣੀ ਦੀ ਸ਼ੁਰੂਆਤ ਹੈ ਉਹ ਵੀ ਸਤਿਗੁਰਾਂ ਨੇ ਕੀਤੀ ਓੰਕਾਰ ਤੋਂ। ਓੰਕਾਰ ਦੀ ਬਾਤ ਸਤਿਗੁਰੂ ਕਰਦੇ ਹੋਏ ਕਹਿਣ ਲੱਗੇ ਓੰਕਾਰ ਬ੍ਰਹਮਾ ਉਤਪਤ, ਜਿਹੜੇ ਆਪਾਂ ਹੁਣੀ ਬਾਤ ਕਰ ਰਹੇ ਸਨ ਨਾ, ਕਹਿਣ ਲੱਗੇ ਜਿਹੜੇ ਬ੍ਰਹਮਾ ਦੀਆਂ ਤੂੰ ਬਾਤਾਂ ਕਰ ਰਿਹਾ ਨਾ, ਨਾਭ ਕਮਲ ਤੇ ਬ੍ਰਹਮਾ ਉਪਜੇ, ਵੇਦ ਪੜ੍ਹੈ ਮੁਖ ਕੰਠ ਸਵਾਰ, ਕਹਿਣ ਲੱਗੇ ਜਿਹਦੀਆਂ ਤੂੰ ਬਾਤਾਂ ਕਰਦਾ ਸੱਚ ਜਾਣੀ ਅਸਲ ਵਿੱਚ ਇਹ ਵੀ ਪ੍ਰਮਾਤਮਾ ਦੀ ਹੀ ਪੈਦਾਇਸ਼ ਹੈ, ਇਹ ਪ੍ਰਮਾਤਮਾ ਨਹੀਂ, ਇਹ ਪ੍ਰਮਾਤਮਾ ਦਾ ਕੋਈ ਰੂਪ ਨਹੀਂ। ਕਹਿਣ ਲੱਗੇ ਅਸਲ ਵਿੱਚ ਇਹ ਵੀ ਪ੍ਰਮਾਤਮਾ ਦੀ ਇੱਕ ਪੈਦਾਇਸ਼ ਹੈ। ਕਿਸੇ ਨੂੰ ਕਹਿਣ ਲੱਗੇ ਪ੍ਰਮਾਤਮਾ ਨੇ ਡਿਊਟੀ ਦਿੱਤੀ ਤੇ ਉਹ ਰੱਬ ਬਣ ਬੈਠਿਆ, ਇਹ ਗੱਲ ਵੱਖਰੀ, ਪਰ ਅਸਲ ਵਿੱਚ ਕਹਿਣ ਲੱਗੇ ਇਹ ਤੋਂ ਵੀ ਇੱਕ ਵੱਡੀ ਤਾਕਤ ਹੈ। ਓੰਕਾਰ ਬ੍ਰਹਮਾ ਉਤਪਤ, ਓੰਕਾਰ ਕੀਆ ਜਿਨ ਚਿਤ, ਓੰਕਾਰ ਸੈਲ ਜੁਗ ਭਏ। ਕਹਿਣ ਲੱਗੇ ਸੈਲ ਕਹਿੰਦੇ ਨੇ ਪੱਥਰਾਂ ਨੂੰ, ਕਹਿਣ ਲੱਗੇ ਪ੍ਰਮਾਤਮਾ ਤੋਂ ਹੀ ਪੱਥਰ ਪੈਦਾ ਹੋਏ ਨੇ, ਪਰਮਾਤਮਾ ਤੋਂ ਇਹ ਸੰਸਾਰ ਪੈਦਾ ਹੋਇਆ। ਮੁੱਕਦੀ ਗੱਲ ਸਤਿਗੁਰਾਂ ਨੇ ਇਹ ਕਰ ਦਿੱਤੀ, ਓੰਕਾਰ ਇੱਕ, ਓੰਕਾਰ ਇੱਕ ਹੈ, ਪਰ ਹੁਣ ਇੱਥੇ ਓੰਕਾਰ ਦੀ ਗੱਲ ਕਰ ਰਹੇ ਨੇ ਜਿਹੜਾ ਸਾਰਿਆਂ ਵਿੱਚ ਸਮਾਇਆ ਹੋਇਆ। ਇਹਦੇ ਪ੍ਰਥਾਏ ਵਿਦਵਾਨ ਇਹ ਵੀ ਉਥਾਨ ਕਾ ਦਿੰਦੇ ਨੇ ਕਿ ਜਦੋਂ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੰਗਲਾ ਦੀਪ ਤੋਂ ਮੁੜੇ ਨੇ, ਦਵਾਰਕਾ ਵਿੱਚੋਂ ਦੀ ਹੁੰਦੇ ਹੋਏ ਆਏ ਤੇ ਉੱਥੇ ਆ ਕਰਕੇ ਮੂਰਤੀਆਂ ਦੇ ਸਾਹਮਣੇ ਪਾਂਧਿਆਂ ਨੂੰ ਧਿਆਨ ਲਾਉਂਦੇ ਹੋਏ ਵੇਖਿਆ ਤੇ ਹੋਰਾਂ ਨੂੰ ਇਹਨਾਂ ਭਰਮਾਂ ਖਿਆਲਾਂ ਵਿੱਚ ਭਟਕਾਉਂਦੇ ਹੋਏ ਵੇਖਿਆ, ਤਾਂ ਸਤਿਗੁਰਾਂ ਨੇ ਬਾਣੀ ਉਚਾਰ ਕੇ ਆਖਿਆ ਵੀ ਬ੍ਰਾਹਮਣ ਜੀ, ਆਹ ਜਿਹੜੀਆਂ ਬਾਤਾਂ ਤੁਸੀਂ ਲੋਕਾਂ ਨੂੰ ਸਿਖਾ ਰਹੇ ਹੋ ਅਸਲ ਵਿੱਚ ਓਮ ਨਹੀਂ, ਅਸਲ ਵਿੱਚ ਉਹ ਤਿੰਨ ਨਹੀਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਅਸਲ ਵਿੱਚ ਉਹ ਪ੍ਰਮਾਤਮਾ ਇੱਕ ਹੀ ਹੈ। ਓਮ ਦੇ ਅਰਥ ਵੀ ਤਿੰਨ ਕੀਤੇ ਜਾਂਦੇ ਨੇ। ਇੱਕ ਤਾਂ ਓਮ ਜਿਹੜਾ ਆਪਾਂ ਤਿੰਨ ਵਾਂਗੂ ਲਿਖ ਦਿੰਨੇ ਆ, ਇੱਕ ਜਿਹੜੀ ਪਿੱਛੋਂ ਡੰਡੀ ਨਿਕਲ ਆਉਂਦੀ ਆ ਉਹਦਾ ਅੱਡ ਅਰਥ ਕੀਤਾ ਜਾਂਦਾ ਹੈ, ਜਿਹੜਾ ਉਪਰਦਕ ਪਾ ਦਿੱਤਾ ਜਾਂਦਾ, ਇਉਂ ਕਹਿ ਲਈਏ ਚੰਦ ਕਹਿ ਲਈਏ, ਉਹਦਾ ਅਲੱਗ ਅਰਥ ਕੀਤਾ ਜਾਂਦਾ ਹੈ। ਭਾਵ ਤਿੰਨਾਂ ਦਾ ਅਰਥ ਕੀਤਾ ਜਾਂਦਾ ਹੈ, ਇੱਕ ਹੈ ਬ੍ਰਹਮਾ, ਇੱਕ ਹੈ ਵਿਸ਼ਨੂੰ ਤੇ ਤੀਜਾ ਹੈ ਮਹੇਸ਼। ਉਹਨਾਂ ਤਿੰਨਾਂ ਦਾ ਅਰਥ ਕੀਤਾ ਜਾਂਦਾ ਹੈ। ਪਰ ਵੇਖੋ ਵਾਹਿਗੁਰੂ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਪਿਤਾ ਜੀ ਨੇ ਇੱਕ ਕਿਰਪਾ ਕੀਤੀ, ਉਹਨਾਂ ਨੇ ਜਦੋਂ ਓਮ ਊੜਾ ਲਿਖਣ ਲੱਗੇ ਨਾ, ਊੜੇ ਤੋਂ ਵੀ ਪਹਿਲਾਂ ਉਹਨਾਂ ਨੇ ਕੀ ਲਿਖ ਦਿੱਤਾ, ਏਕਾ। ਉਹ ਵੀ ਸੰਗਿਆਵਾਚਕ ਏਕਾ ਲਿਖਿਆ, ਗਿਣਤੀਵਾਚਕ ਨਹੀਂ। ਸੰਗਿਆਵਾਚਕ ਏਕਾ ਲਿਖ ਕੇ ਕਹਿਣ ਲੱਗੇ ਇਹ ਉਹ ਏਕਾ ਹੈ, ਗਿਣਤੀਵਾਚਕ ਏਕੇ ਤੋਂ ਬਾਅਦ ਤੇ ਦੂਆ ਆ ਜਾਂਦਾ। ਗਿਣਤੀ ਦਾ ਜਿਹੜਾ ਏਕਾ ਹੁੰਦਾ ਉਹਦੇ ਤੋਂ ਪਹਿਲਾਂ ਤੇ ਇੱਕ ਆ ਜਾਂਦਾ ਹੈ, ਪਰ ਜਿਹੜਾ ਏਕਾ ਮੈਂ ਲਿਖਣ ਲੱਗਿਆ ਨਾ ਇਹ ਤੋਂ ਪਹਿਲਾਂ ਕੁਝ ਸੀ ਤੇ ਨਾ ਇਹ ਤੋਂ ਬਾਅਦ ਚ ਕੁਝ ਆਉਂਦਾ ਹੈ, ਇਹ ਇੱਕੋ ਹੀ ਹੈ, ਇੱਥੇ ਹੀ ਸ਼ੁਰੂ ਤੇ ਇੱਥੇ ਹੀ ਖਤਮ ਹੈ। ਸਤਿਗੁਰੂ ਕਹਿਣ ਲੱਗੇ ਓੰਕਾਰ ਬ੍ਰਹਮਾ ਉਤਪਤ, ਓੰਕਾਰ ਕੀਆ ਜਿਨ ਚਿਤ, ਓੰਕਾਰ ਸੈਲ ਜੁਗ ਭਏ, ਓੰਕਾਰ ਵੇਦ ਨਿਰਮਏ। ਓੰਕਾਰ ਵਿੱਚੋਂ ਹੀ ਵੇਦ ਨਿਕਲੇ ਨੇ। ਓੰਕਾਰ ਦੀ ਸ਼ੁਰੂਆਤ ਕੀ ਹੈ? ਇਹ ਤੇ ਸਾਰੇ ਵੇਦ ਉਪਨਿਸ਼ਦ ਵਿਦਾਂਤ ਸ਼ਾਸਤਰ ਸਿਮਰਤੀਆਂ ਸਾਰੇ ਮੰਨਦੇ ਨੇ, ਵਿਗਿਆਨੀ ਵੀ ਇਹ ਗੱਲ ਮੰਨਦੇ ਨੇ ਕਿ ਜੇ ਆਪਾਂ ਸੰਸਾਰ ਦੇ ਪਿਛੋਕੜ ਵਿੱਚ ਚਲੇ ਜਾਈਏ ਤਾਂ ਜਿਹੜਾ ਸਭ ਤੋਂ ਪਹਿਲਾ ਸ਼ਬਦ ਹੈ, ਜਿਹੜੀ ਸਭ ਤੋਂ ਪਹਿਲੀ ਕੋਈ ਇਸ ਸੰਸਾਰ ਉੱਪਰ ਪੈਦਾਇਸ਼ ਹੈ ਤੇ ਉਹ ਹੈ ਸ਼ਬਦ। ਸ਼ਬਦ ਤੋਂ ਸਾਰੇ ਸੰਸਾਰ ਦੀ ਸ਼ੁਰੂਆਤ ਹੋਈ ਹੈ। ਅਗਾਂਹ ਚੱਲ ਕੇ ਚਾਹੇ ਕਿਸੇ ਨੇ ਉਸ ਨੂੰ ਇੱਕ ਅਣੂ ਕਹਿ ਦਿੱਤਾ, ਕਣ ਕਹਿ ਦਿੱਤਾ, ਪਰ ਅਸਲ ਵਿੱਚ ਤੇ ਬਾਤ ਇਹ ਹੋਏਗੀ ਕਿ ਜਿਹੜਾ ਅਣੂ ਹੈ ਉਹ ਵੀ ਅਣੂ ਤਾਂ ਹੈ ਜੇ ਉਹਦੇ ਵਿੱਚ ਪਰਮਾਤਮਾ ਵਾਹਿਗੁਰੂ ਹੈ। ਮੁੱਕਦੀ ਗੱਲ ਜੋ ਦੱਖਣੀ ਓੰਕਾਰ ਵਿੱਚ ਸਤਿਗੁਰਾਂ ਨੇ ਕਿਰਪਾ ਕੀਤੀ, ਕਹਿਣ ਲੱਗੇ ਓੰਕਾਰ ਤੋਂ ਹੀ ਹੈ, ਓੰਕਾਰ ਵੇਦ ਨਿਰਮਏ। ਓੰਕਾਰ ਤੋਂ ਹੀ ਸਾਰੇ ਵੇਦਾਂ ਦਾ ਪਸਾਰਾ ਹੋਇਆ। ਓੰਕਾਰ ਗੁਰਮੁਖ ਉਦਰੇ, ਓੰਕਾਰ ਤੋਂ ਹੀ ਕਹਿਣ ਲੱਗੇ ਸਾਰਿਆਂ ਦਾ ਸੁਧਾਰ ਹੁੰਦਾ ਹੈ। ਅਗਾਂਹ ਜਾ ਕਰਕੇ ਸੋ ਸਤਿਗੁਰਾਂ ਨੇ ਕਿਰਪਾ ਕੀਤੀ, ਫਿਰ ਉੱਥੇ ਸਿੱਧਾ ਹੀ ਸਤਿਗੁਰਾਂ ਨੇ ਕਹਿ ਦਿੱਤਾ ਓਨਮ ਅੱਖਰ ਕਰੋ ਵਿਚਾਰ। ਕਹਿਣ ਲੱਗੇ ਪਾਂਧਾ ਜੀ ਇਸ ਅੱਖਰ ਦੀ ਤੁਸੀਂ ਚੱਜ ਨਾਲ ਸੋਹਣੇ ਤਰੀਕੇ ਨਾਲ ਵਿਚਾਰ ਕਰੋ, ਉਪਰੋਂ ਉਪਰੋਂ ਨਾ ਵਿਚਾਰ ਕਰੋ। ਕਿਉਂ? ਓਨਮ ਅੱਖਰ ਕਰੋ ਵਿਚਾਰ, ਓਨਮ ਅੱਖਰ ਤ੍ਰਿਭਵਨ ਸਾਰ। ਕਹਿਣ ਲੱਗੇ ਇਸੇ ਦੇ ਵਿੱਚੋਂ ਸਾਰਾ ਜਿਹੜਾ ਇਹ ਸੰਸਾਰ ਹੈ ਪੈਦਾ ਹੋਇਆ। ਤੇ ਕਹਿਣ ਲੱਗੇ ਸੁਨ ਪਾਂਡੇ ਕਿਆ ਲਿਖੋ ਜੰਜਾਲਾ, ਰਾਮ ਨਾਮ ਲਿਖ ਗੁਰ ਗੋਪਾਲਾ। ਇੱਥੇ ਜਾ ਕੇ ਸਤਿਗੁਰਾਂ ਨੇ ਰਹਾਉ ਦਿੱਤਾ। ਕਿੰਨੀਆਂ ਪੰਕਤੀਆਂ ਬਾਅਦ ਓੰਕਾਰ ਲਿਖ ਲਿਖ ਕੇ, ਉਸ ਤੋਂ ਬਾਅਦ ਓਨਮ ਦੀ ਗੱਲ ਕਰਕੇ, ਉਸ ਤੋਂ ਬਾਅਦ ਸਤਿਗੁਰੂ ਕਹਿਣ ਲੱਗੇ ਸੁਣ ਪਾਂਡੇ ਕਿਆ ਲਿਖੋ ਜੰਜਾਲਾ, ਲਿਖ ਰਾਮ ਨਾਮ ਗੁਰ ਗੋਪਾਲਾ। ਇਸ ਤੋਂ ਬਾਅਦ ਰਹਾਉ ਲਿਖਿਆ ਤੇ ਰਹਾਉ ਦੀ ਅਗਲੀ ਪੰਕਤੀ ਸਤਿਗੁਰੂ ਕਹਿਣ ਲੱਗੇ ਦੱਖਣੀ ਓੰਕਾਰ ਵਿੱਚ ਸੱਸੈ ਸਭ ਜਗ ਸਹਿਜ ਉਪਾਇਆ,
तीन भवनिक ज्योति गुरमुख वस्त प्राप्त होवे चुन लै मानक मोती। कहन लगे ਜਿਹੜੀਆਂ ਭਰਮਾਂ ਭੁਲੇਖਿਆਂ ਵਿੱਚ ਤੂੰ ਭਟਕਿਆ ਫਿਰਦਾ ਨਾ, ਸੱਚ ਜਾਣੀ ਗੁਰਮੁਖਾ ਇਹਨਾਂ ਵਿੱਚ ਕੁਝ ਨਹੀਂ ਹੈ, ਇਹਨਾਂ ਤੀਰਥਾਂ ਦੇ ਵਿੱਚ ਕੁਝ ਨਹੀਂ, ਇਹਨਾਂ ਗੱਲਾਂ ਦੇ ਵਿੱਚ ਕੁਝ ਨਹੀਂ। ਜੇ ਤੈਨੂੰ ਪ੍ਰਮਾਤਮਾ ਵਾਹਿਗੁਰੂ ਕਿਤੋਂ ਪ੍ਰਾਪਤ ਹੋਏਗਾ ਤੇ ਤੈਨੂੰ ਆਪਣੇ ਹਿਰਦੇ ਦੇ ਵਿੱਚੋਂ ਪ੍ਰਾਪਤ ਹੋਏਗਾ। ਵਿਚਾਰ ਤੇ ਵਾਪਸ ਪਰਤੀਏ। ਆਪਾਂ ਵਿਚਾਰ ਕਰ ਰਹੇ ਸੀ ਆਦਿਤ ਦੀ, ਆਦਿਤ ਭਾਵ ਐਤਵਾਰ ਦੀ, ਐਤਵਾਰ ਭਾਵ ਸ਼ੁਰੂਆਤ ਦੀ, ਸ਼ੁਰੂਆਤ ਭਾਵ ਵਾਹਿਗੁਰੂ ਪਰਮੇਸ਼ਰ ਜੀ ਦੀ। ਇੱਥੇ ਸਤਿਗੁਰਾਂ ਨੇ ਚਾਹੇ ਐਤਵਾਰ ਲਿਆ, ਚਾਹੇ ਪਿਛਲੀ ਜੋ ਸਤਿਗੁਰਾਂ ਦੀ ਬਾਣੀ ਆਈ ਹੈ ਉਹਦੇ ਵਿੱਚ ਸਤਿਗੁਰਾਂ ਨੇ ਥਿੱਤਾਂ ਲਈਆਂ, ਪਰ ਅਸਲ ਵਿੱਚ ਤੇ ਗੱਲ ਪ੍ਰਮਾਤਮਾ ਨੂੰ ਸਮਝਾਉਣ ਦੀ ਹੈ ਨਾ। ਅਸਲ ਵਿੱਚ ਤੇ ਗੱਲ ਉਹ ਪ੍ਰਮਾਤਮਾ ਵਾਹਿਗੁਰੂ ਜੀ ਨੂੰ ਦੇ ਪ੍ਰਥਾਏ ਕਰਨ ਦੀ ਹੈ। ਅੱਜ ਤੇ ਹੁਣ ਤੇ ਜਨਵਰੀ ਫਰਵਰੀ ਮਾਰਚ ਮਹੀਨੇ ਚੱਲ ਪਏ ਨੇ, ਪਰ ਜਿਹੜੇ ਪਹਿਲਾਂ ਮਹੀਨੇ ਚੱਲਦੇ ਸੀ ਚੇਤ ਤੋਂ ਸ਼ੁਰੂਆਤ ਹੁੰਦੀ ਸੀ। ਚੇਤ ਵਿਸਾਖ ਜੇਠ ਹਾੜ ਸਾਉਣ ਭਾਦੋਂ ਅੱਸੂ ਕੱਤਾ ਵਿਸਾਖ, ਇਸ ਤਰੀਕੇ ਨਾਲ ਜਿਹੜੇ ਮਹੀਨੇ ਚੱਲਦੇ ਸੀ 12 ਮਹੀਨੇ ਸੀ। ਉਦੋਂ ਜਨਵਰੀ ਫਰਵਰੀ ਹੁੰਦਾ ਤੇ ਸਤਿਗੁਰੂ ਉਸ ਸਮੇਂ ਜਨਵਰੀ ਫਰਵਰੀ ਦੀ ਵੀ ਕਿਰਪਾ ਕਰ ਦਿੰਦੇ, ਪਰ ਉਸ ਸਮੇਂ ਹੈ ਹੀ ਚੇਤ ਵਿਸਾਖ ਸੀ। ਉਦੋਂ ਸਤਿਗੁਰਾਂ ਨੇ ਚੇਤ ਵਿਸਾਖ ਦੇ ਪਰਥਾਏ ਬਾਣੀ ਉਚਾਰ ਦਿੱਤੀ। ਉਦੋਂ ਸਤਿਗੁਰਾਂ ਦੀ ਆਪਾਂ ਬਾਣੀ ਪੜ੍ਹਨੇ ਆ ਨਾ, ਚਾਹੇ ਉਹ ਗੱਲ ਵੱਖਰੀ ਹੈ, ਦੁਖਾਂਤ ਹੈ ਕਿ ਅਸੀਂ ਮਹੀਨੇ ਬਾਅਦ ਪੜ੍ਹਨੇ ਆ, ਪਰ ਅਸਲ ਪੜ੍ਹਨੀ ਤੇ ਸਾਨੂੰ ਰੋਜ਼ ਹੀ ਚਾਹੀਦੀ ਹੈ ਨਾ। ਮਹੀਨੇ ਬਾਅਦ ਅਸੀਂ ਪੜ੍ਹਨੇ ਆ, ਬਸ ਉਹ ਇੱਕ ਸਾਰਾ 12 ਮਾਹ ਪੜ੍ਹ ਕੇ ਇਸ ਵੇਰਾ ਪਹਿਲਾਂ ਕੱਤਕ ਦਾ ਪੜ੍ਹਿਆ ਸੀ, ਇਸ ਵੇਰਾ ਅਸੀਂ ਅਗਲੇ ਮਹੀਨੇ ਦਾ ਪੜ੍ਹ ਲਿਆ, ਮੱਘਰ ਦਾ ਪੜ੍ਹ ਲਿਆ, ਤੇ ਪਰ ਅਸਲ ਵਿੱਚ ਉਹ ਸਾਰੇ ਦਿਨਾਂ ਦੇ ਪਰਥਾਏ ਸਤਿਗੁਰਾਂ ਨੇ ਬਾਣੀ ਉਚਾਰੀ ਹੈ। ਜਿਹੋ ਜਿਹਾ ਮਹੀਨਾ, ਜਿਹੋ ਜੀ ਰੁੱਤ, ਜਿਹੋ ਜੀ ਮੌਸਮ, ਉਹੇ ਜੇ ਮੌਸਮ ਉਹੇ ਜੇ ਖਿਆਲਾਂ ਮੁਤਾਬਕ ਸਤਿਗੁਰੂ ਨੇ ਬਾਣੀ ਉਚਾਰੀ। ਜੇ ਹਾੜ ਦੇ ਮਹੀਨੇ ਬਾਰੇ ਸਤਿਗੁਰੂ ਲਿਖਣ ਲੱਗੇ, ਕੀ ਲਿਖਿਆ? ਆਸਾੜ ਤਪੰਦਾ ਤਿਸ ਲੱਗੈ ਹਰ ਨਾਉ ਨਾ ਜਿੰਨਾ ਪਾਸ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ। ਸਤਿਗੁਰੂ ਕਹਿਣ ਲੱਗੇ ਦੋਏ ਭਾਏ ਵਿਗੁੱਚੀ ਹੈ ਗਲ ਪਈ ਸੋ ਜਮ ਕੀ ਫਾਸ। ਕਹਿਣ ਲੱਗੇ ਆੜ ਦਾ ਮਹੀਨਾ ਉਹਨਾਂ ਨੂੰ ਹੀ ਗਰਮ ਲੱਗਦਾ ਹੈ ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰਮਾਤਮਾ ਨਹੀਂ, ਪਰ ਜਿਨ੍ਹਾਂ ਦੇ ਹਿਰਦੇ ਪ੍ਰਮਾਤਮਾ ਵਸ ਜਾਂਦਾ ਹੈ, ਜਿਹੜੇ ਪ੍ਰਮਾਤਮਾ ਦੇ ਰੂਪ ਹੁੰਦੇ ਨੇ, ਸੱਚ ਜਾਣਿਓ, ਉਹ ਤੱਤੀ ਤਵੀ ਤੇ ਬਹਿ ਜਾਣ, ਉਹਨਾਂ ਨੂੰ ਹਾੜ ਦਾ ਮਹੀਨਾ ਫੇਰ ਵੀ ਤੱਤਾ ਨਹੀਂ ਲੱਗਦਾ। ਜੋ ਸਤਿਗੁਰਾਂ ਨੇ ਆਖਿਆ ਉਹਨੂੰ ਕਮਾ ਕੇ ਵੀ ਵਿਖਾਇਆ। ਪਹਿਲੋਂ ਗਰਮੀ ਦਾ ਸਿਖਰ ਦਾ ਮਹੀਨਾ ਹਾੜ ਤੇ ਠੰਡ ਦਾ ਸਿਖਰ ਦਾ ਮਹੀਨਾ ਪੋਹ। ਪੋਖ ਤੁਖਾਰ ਨਾ ਵਿਆਪਈ, ਸਤਿਗੁਰੂ ਨੇ ਉੱਥੇ ਹੀ ਆਖਿਆ। ਕਹਿਣ ਲੱਗਿਆ ਸਾੜ ਤਪੰਦਾ ਤਿਸ ਲੱਗੈ ਹਰ ਨਾਉ ਨਾ ਜਿੰਨਾ ਪਾਸ। ਕਹਿਣ ਲੱਗੇ ਹਾੜ ਦਾ ਮਹੀਨਾ ਉਹਨਾਂ ਨੂੰ ਤੱਤਾ ਗਰਮ ਲੱਗਦਾ ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰਮਾਤਮਾ ਦਾ ਠੰਡਾ ਨਾਮ ਨਹੀਂ, ਤੇ ਕਹਿਣ ਲੱਗੇ ਪੋਹ ਦਾ ਮਹੀਨਾ ਉਹਨਾਂ ਨੂੰ ਠੰਡਾ ਲੱਗਦਾ ਜਿਨ੍ਹਾਂ ਦੇ ਹਿਰਦੇ ਵਿੱਚ ਨਿੱਘ ਦੇਣ ਵਾਲਾ ਪ੍ਰਮਾਤਮਾ ਦਾ ਨਾਮ ਨਹੀਂ। ਵੇਖੋ ਹਰੇਕ ਮਹੀਨੇ ਦੇ ਪਰਥਾਏ ਸਤਿਗੁਰੂ ਨੇ ਬਾਣੀ ਉਚਾਰੀ। ਜੋ ਮਹੀਨੇ ਦੇ ਵਿੱਚ ਹੁਣ ਆਪਾਂ ਬੈਠੇ ਆ, ਮੱਘਰ ਮਹਾ ਸੁਹੰਦੀਆ ਹਰ ਪਿਰਸੰਗ ਬੈਠੜੀਆ ਤਿਨਕੀ ਸੋਭਾ ਕਿਆ ਗਣੀ। ਕਹਿਣ ਲੱਗੇ ਜੇ ਸਾਹਿਬ ਮੇਲੜੀਆ ਉਹਨਾਂ ਦੀ ਸੋਭਾ ਮੈਂ ਕੀ ਆਖਾਂ ਜਿਹੜੇ ਉਸ ਵਾਹਿਗੁਰੂ ਪਰਮੇਸ਼ਰ ਨਾਲ ਮਿਲੇ ਹੋਏ ਨੇ। ਕਿਉਂ ਨਹੀਂ ਆਖੀ ਜਾ ਸਕਦੀ? ਸੋਚਿਆ ਕਦੇ ਵੀ ਸਤਿਗੁਰੂ ਨੇ ਇਹ ਗੱਲ ਕਿਉਂ ਕਹਿ ਦਿੱਤੀ ਵੀ ਉਹ ਬੰਦੇ ਦੀ ਸੋਭਾ ਨਹੀਂ ਕਹੀ ਜਾ ਸਕਦੀ ਜਿਹੜਾ ਪਰਮੇਸ਼ਰ ਨਾਲ ਮਿਲ ਗਿਆ? ਉਹਦੀ ਵਿਚਾਰ ਇਹ ਬਣਦੀ ਹੈ, ਆਪਾਂ ਕਹਿੰਦੇ ਆ ਨਾ ਵੀ ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ। ਜੇ ਪ੍ਰਮਾਤਮਾ ਦੀ ਮਹਿਮਾ ਨਹੀਂ ਹੋ ਸਕਦੀ ਤਾਂ ਇਹ ਗੱਲ ਸਪਸ਼ਟ ਹੈ ਪ੍ਰਮਾਤਮਾ ਨਾਲ ਮਿਲੇ ਹੋਏ ਦੀ ਮਹਿਮਾ ਵੀ ਨਹੀਂ ਹੋ ਸਕਦੀ। ਕਿਉਂਕਿ ਜੈਸਾ ਪ੍ਰਮਾਤਮਾ ਹੈ ਵੈਸਾ ਹੀ ਪ੍ਰਮਾਤਮਾ ਨਾਲ ਮਿਲਣ ਵਾਲਾ ਬਣ ਜਾਂਦਾ ਹੈ। ਜਿੰਨਾ ਵੱਡਾ ਵਾਹਿਗੁਰੂ ਉਤਨਾ ਵੱਡਾ ਵਾਹਿਗੁਰੂ ਦਾ ਭਗਤ ਬਣ ਜਾਂਦਾ ਹੈ। ਮੈਂ ਰਾਤੀ ਵਿਚਾਰ ਕਰ ਰਿਹਾ ਸਾਂ ਕਿ ਭਾਈ ਲਾਲੋ ਜੀ 3-4 ਦਿਨ ਹੋਏ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਪਿਆਰ ਹੋਵੇ ਤੇ ਕੈਸਾ ਬਣ ਜਾਵੇ। ਫਿਰ ਇਹ ਜਿਹੜੇ ਆ ਮਹੀਨੇ ਸਤਿਗੁਰਾਂ ਨੇ ਉਚਾਰੇ ਤੇ ਫਿਰ ਅੰਦਰ ਕਿੱਦਾਂ ਵਸ ਜਾਂਦੇ ਨੇ, ਕਿਵੇਂ ਹੋ ਜਾਂਦੀ ਹੈ ਮੱਘਰ ਮਹਾ ਸੁਹੰਦੀਆ ਹਰ ਪਿਰਸੰਗ ਬੈਠੜੀ ਆ, ਕਿਵੇਂ ਉਹਨਾਂ ਦੀ ਸੋਭਾ ਨਹੀਂ ਆਖੀ ਜਾਂਦੀ। ਕਹਿਣ ਲੱਗੇ ਭਾਈ ਲਾਲੋ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਚਰਨਾਂ ਦਾ ਧਿਆਨ ਧਰਦਾ, ਨਿਤ ਸੇਵਾ ਕਰਦਾ। ਜੇ 3-4 ਕੁ ਦਿਨ ਹੋਏ ਨੇ ਸਤਿਗੁਰਾਂ ਨੂੰ 17 ਦਿਨਾਂ ਦਾ ਸਫ਼ਰ ਤੈਅ ਕਰਕੇ ਆਇਆ, ਤੇ ਸਤਿਗੁਰੂ ਮਰਦਾਨੇ ਨੂੰ ਕਹਿਣ ਲੱਗੇ ਤੇ ਭਾਈ ਲਾਲੋ ਨੂੰ ਕਹਿਣ ਲੱਗੇ ਲਾਲੋ ਕਰਤਾਰ ਦਾ ਹੁਕਮ ਆਇਆ ਤੇ ਹੁਣ ਤੇਰੇ ਘਰ ਤੋਂ ਅਸੀਂ ਚਲੇ ਜਾਣਾ ਹੈ, ਵਿਦਿਆ ਲੈ ਲੈਣੀ ਹੈ। ਤੇ ਭਾਈ ਲਾਲੋ ਜਿਹਨੂੰ ਦੁਨੀਆ ਵਿੱਚ ਅੱਜ ਤੱਕ ਵਿਚਰਦਿਆਂ ਇੰਨੀ ਖੁਸ਼ੀ ਹਾਸਲ ਨਹੀਂ ਸੀ ਹੋਈ, ਜਿਹੜੀ ਖੁਸ਼ੀ ਉਸ ਨੂੰ ਗੁਰੂ ਨਾਨਕ ਦੇ ਚਰਨਾਂ ਤੇ ਸਿਰ ਰੱਖ ਕੇ ਹਾਸਲ ਹੋ ਗਈ। ਲਾਲੋ ਨੇ ਨੈਣ ਕਟੋਰੇ ਵੈਰਾਗ ਦੇ ਨੀਰ ਨਾਲ ਭਰੇ
ਤੇ ਦਾਤੇ ਦੇ ਚਰਨਾਂ ਤੇ ਸਿਰ ਰੱਖਿਆ, ਕਹਿਣ ਲੱਗਾ ਸਤਿਗੁਰੂ ਜੇ ਮੇਰਾ ਪ੍ਰੇਮ ਸੱਚਾ ਤੇ ਮੈਂ ਤੇਰੇ ਪੈਰ, ਮੈਂ ਤੇਰੇ ਚਰਨ ਪ੍ਰੇਮ ਦੀਆਂ ਸੰਗਣਾਂ ਨਾਲ ਬੰਨ੍ਹ ਦਿੱਤੇ ਨੇ, ਹੁਣ ਮੈਂ ਤੈਨੂੰ ਜਾਣ ਨਹੀਂ ਦਿਆਂਗਾ। ਦਾਤਾ ਅਜੇ ਤੇ ਨੈਣ ਕਟੋਰੇ ਤੇਰੇ ਦਿਦਾਰੇ ਕਰਕੇ ਭਰੇ ਨਹੀਂ, ਅਜੇ ਤੇ ਕੰਨ ਤੇਰੀਆਂ ਬਾਤਾਂ ਸੁਣ ਕੇ ਭਰੇ ਨਹੀਂ, ਅਜੇ ਤੇ ਹੱਥ ਤੇਰੀ ਮੁੱਠੀ ਚਾਪੀ ਕਰਕੇ ਥੱਕੇ ਨਹੀਂ। ਨਾ ਦਾਤਾ ਅਜੇ ਨਾ ਜਾ, ਕੁਝ ਸਮਾਂ ਰਹਿ। ਤੇ ਸਤਿਗੁਰੂ ਸੱਚੇ ਪਾਤਸ਼ਾਹ ਮੁਸਕਰਾਉਂਦੇ ਪਏ ਨੇ ਤੇ ਭਾਈ ਲਾਲੋ ਨੇ ਆਪ ਹੀ ਕਹਿ ਦਿੱਤਾ, ਕਿਰਪਾ ਕਰੋ ਏਕ ਮਹਾ ਮੁਝ ਸਦਨ ਬਿਤਾਵੈ। ਸਦਨ ਕਹਿੰਦੇ ਨੇ ਘਰ, ਕਹਿਣ ਲੱਗਾ ਦਾਤਾ 1 ਮਹੀਨਾ ਮੇਰੇ ਘਰ ਵਿੱਚ ਰਹੋ। ਤੇ ਦਾਤਾ ਕਿਰਪਾਲੂ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਮੁਸਕਰਾਏ ਤੇ ਲਾਲੋ ਨੂੰ ਬੜੇ ਪਿਆਰ ਨਾਲ ਕਹਿਣ ਲੱਗੇ, ਲਾਲੋ ਜੇ 1 ਮਹੀਨੇ ਦੀ ਬਜਾਏ 1 ਸਾਲ ਵੀ ਕਹਿ ਦਿੰਦਾ, ਨਾਨਕ 1 ਸਾਲ ਤੇਰੇ ਘਰੋਂ ਨਹੀਂ ਸੀ ਜਾਣਾ। ਕਿਉਂ? ਨਾਨਕ ਉੱਚਿਆਂ ਘਰਾਂ ਦਾ ਗਾਹਕ ਨਹੀਂ, ਨਾਨਕ ਉੱਚੇ ਘਰਾਂ ਦਾ ਪ੍ਰਾਹੁਣਾ ਨਹੀਂ, ਨਾਨਕ ਪ੍ਰੇਮ ਦਿਆ ਘਰਾਂ ਦਾ ਪ੍ਰਾਹੁਣਾ। ਜੇ ਤੂੰ ਸਾਲ ਬਿਠਾ ਲੈਂਦਾ ਸੀ, ਸਾਲ ਵੀ ਬੈਠ ਜਾਂਦੇ, ਅਸੀਂ ਜਾਣਾ ਨਹੀਂ ਸੀ। ਇੱਕ ਰਾਤ ਦੀ ਵਾਰਤਾ ਹੈ, ਇਹ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਦਰਜ ਕੀਤੀ ਹੈ। ਕਹਿਣ ਲੱਗੇ ਵੀ ਇਸ ਸਮੇਂ ਤੇ ਤੂੰ ਮਹੀਨਾ ਕਹਿ ਦਿੱਤਾ, ਮਹੀਨਾ ਰਵਾਂਗੇ, ਜੇ ਸਾਲ ਕਹਿ ਦਿੰਦਾ ਤੇ ਸਾਲ ਵੀ ਰਹਿੰਦੇ। ਜਿਹੜੇ ਮੋੜ ਕੇ ਫਿਰ ਮਰਦਾਨਾ ਜੀ ਨੂੰ ਬਚਨ ਆਖੇ, ਮਰਦਾਨੇ ਨੂੰ ਕਹਿਣ ਲੱਗੇ, ਮਰਦਾਨਿਆ ਇਹ ਦੀਨ ਨੇ ਆਪਣਾ ਦਿਲ ਕੱਢ ਕੇ ਸਾਹਮਣੇ ਰੱਖ ਦਿੱਤਾ ਤੇ ਗੁਰੂ ਨਾਨਕ ਚ ਤਾਕਤ ਨਹੀਂ, ਉਹ ਪੈਰ ਦਾ ਠੁੱਡਾ ਇਸ ਦੇ ਦਿਲ ਨੂੰ ਮਾਰ ਦਵੇ। ਮਰਦਾਨਿਆ ਤੂੰ ਵੀ ਮਨ ਬਣਾ, ਆਪਾਂ 1 ਮਹੀਨਾ ਇਹਦੇ ਘਰ ਵਿੱਚ ਟਿਕਾਂਗੇ, ਆਪਾਂ 1 ਮਹੀਨਾ ਇਹਦੇ ਘਰ ਵਿੱਚ ਰੁਕਾਂਗੇ। 1 ਮਹੀਨਾ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਉੱਥੇ ਰੁਕੇ ਨੇ। ਜੋ ਉਹਨਾਂ ਨੇ ਆਖਿਆ, ਜਿੱਥੇ ਗੁਰੂ ਨਾਨਕ ਵਾਅਦਾ ਕਰ ਲੈਂਦਾ ਫਿਰ ਚਾਹੇ ਉਹ ਗੁਰੂ ਨਾਨਕ ਹੋਵੇ, ਚਾਹੇ ਗੁਰੂ ਨਾਨਕ ਦਾ ਰੂਪ ਗੁਰੂ ਤੇਗ ਬਹਾਦਰ ਮਹਾਰਾਜ ਹੋਣ, ਜੇ ਵਾਅਦਾ ਕਰ ਲਿਆ ਤੇ ਵਾਅਦਾ ਤੋੜ ਨਿਭਾਉਣਾ ਹੈ, ਜੇ ਵਾਅਦਾ ਕਰ ਲਿਆ ਤੇ ਪੂਰਾ ਕਰਨਾ ਹੈ, ਫਿਰ ਚਾਹੇ ਵਾਅਦਾ ਨਿਭਾਉਂਦਿਆਂ ਸਿਰ ਕਿਉਂ ਨਾ ਲੈ ਜਾਵੇ। ਗੁਰੂ ਨਾਨਕ ਦਾ ਵਾਅਦਾ ਹੈ ਇਹ। ਗੁਰੂ ਨਾਨਕ ਜਿਨ੍ਹਾਂ ਨਾਲ ਵਾਅਦੇ ਕਰ ਲੈਂਦਾ, ਗੁਰੂ ਨਾਨਕ ਜਿਨ੍ਹਾਂ ਨਾਲ ਇੱਕ ਵਾਰੀ ਹੱਥ ਤੇ ਹੱਥ ਰੱਖ ਕੇ ਬੋਲਾਂ ਨਾਲ ਬੋਲ ਮਿਲਾ ਲੈਂਦਾ, ਸੱਚ ਜਾਣਿਓ ਗੁਰੂ ਕੇ ਪਿਆਰ ਵਾਲਿਓ, ਗੁਰੂ ਨਾਨਕ ਉਹਨਾਂ ਦੇ ਵਾਅਦਿਆਂ ਨੂੰ ਜ਼ਰੂਰ ਪੂਰਾ ਕਰ ਦਿੰਦਾ ਹੈ। ਰਹੋ ਵਿਚਾਰ, ਮੈਂ ਬਾਤ ਕਰ ਰਿਹਾ ਸਾਂ ਕਿ ਉਸ ਪਰਮੇਸ਼ਰ ਵਾਹਿਗੁਰੂ ਤੋਂ ਸ਼ੁਰੂਆਤ ਹੈ। ਸਿੱਖਾਂ ਦਾ ਪਰਮੇਸ਼ਰ ਹੈ ਜੀ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ। ਸਾਡੀ ਸ਼ੁਰੂਆਤ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਤੋਂ, ਤੇ ਲੁਕਾਈ ਦੀ ਸ਼ੁਰੂਆਤ ਆਪ ਨਾਰਾਇਣ ਹੀ ਹੈ ਨਾ, ਉਹ ਕੋਈ ਹੋਰ ਤੇ ਨਹੀਂ, ਉਹ ਆਪ ਨਾਰਾਇਣ ਇਸ ਜੱਗ ਦੇ ਵਿੱਚ ਵਰਤਿਆ। ਤੇ ਉਹਨਾਂ ਨੇ ਆਪਣੀ ਮੁਬਾਰਕ ਬਾਣੀ ਪਹਿਲਾਂ ਤੇ ਥਿੱਤਾਂ ਵੀ ਉਚਾਰੀਆਂ, ਥਿੱਤਾਂ ਤੋਂ ਪਹਿਲਾਂ ਵੀ ਉਹਨਾਂ ਦੀ ਮਹੀਨਿਆਂ ਦੀ ਬਾਣੀ ਹੈ, ਜੋ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 134-35 ਅੰਗਾਂ ਦੇ ਉੱਪਰ ਦਰਜ ਸੁਭਾਏਮਾਨ ਹੈ, ਜਿਹਨੂੰ ਆਪਾਂ 12 ਮਾਹ ਦੇ ਰੂਪ ਵਿੱਚ ਪੜ੍ਹਨੇ ਆ। ਮੈਂ ਜਿਹੜੀ ਬੇਨਤੀ ਕਰ ਰਿਹਾ ਸਾਂ ਕਿ ਮੇਰੇ ਮਾਲਕ ਦਾ ਸੁਭਾਅ ਹੈ, ਉਹ ਜਿੱਥੋਂ ਉਹਨਾਂ ਨੂੰ ਉਦਾਹਰਨ ਮਿਲਦੀ ਆ ਉਹ ਸਿੱਖ ਨੂੰ ਸਮਝਾਉਣ ਵਾਸਤੇ ਉੱਥੋਂ ਹੀ ਉਦਾਹਰਨ ਲੈ ਲੈਂਦੇ ਨੇ। ਉਹ ਕਹਿੰਦੇ ਨੇ ਹਾੜ ਦਾ ਮਹੀਨਾ ਉਹਨਾਂ ਨੂੰ ਗਰਮ ਨਹੀਂ ਲੱਗਣਾ, ਪੋਹ ਦਾ ਠੰਡਾ ਨਹੀਂ ਲੱਗਣਾ। ਕਿੰਨਾਂ ਨੂੰ? ਜਿਨ੍ਹਾਂ ਦੇ ਹਿਰਦੇ ਵਿੱਚ ਵਾਹਿਗੁਰੂ ਪਰਮੇਸ਼ਰ ਦਾ ਨਾਮ ਵਸਦਾ। ਇਹ ਗੱਲਾਂ ਉਹਨਾਂ ਨੇ ਕਹੀਆਂ ਨਹੀਂ, ਜਦੋਂ ਸਮਾਂ ਆਇਆ ਇਹਨਾਂ ਬੋਲਾਂ ਨੂੰ ਕਮਾਇਆ ਵੀ। ਕਮਾਇਆ ਉਹਨਾਂ ਨੇ ਤਤੀ ਤਵੀ ਤੇ ਬਹਿ ਕੇ, ਕਮਾਇਆ ਉਹਨਾਂ ਨੇ ਠੰਡੇ ਬੁਰਜ ਵਿੱਚ ਬਹਿ ਕੇ। ਸਮੇਂ-ਸਮੇਂ ਤੇ ਕਮਾਉਂਦੇ ਰਹੇ। ਉਹ ਇੱਕ ਠੰਡੇ ਬੁਰਜ 'ਚ ਬਹਿ ਕੇ ਕਮਾਉਂਦਾ ਪਿਆ ਤੇ ਦੂਜਾ ਮਾਛੀਵਾੜੇ ਦੇ ਜੰਗਲਾਂ ਵਿੱਚ ਕਮਾਉਂਦਾ ਪਿਆ। ਕਮਾਉਂਦਾ ਹੀ ਹੈ ਨਾ। ਉਹਨੂੰ ਪੁੱਛਿਆ ਵੀ ਹੁਣ ਦੱਸ, ਪਹਿਲੇ ਤੇ ਬੜਾ ਮਾਣ ਕਰਨਾ ਸੈਂ, ਬੜਾ ਤੇਰਾ ਚਿਹਰਾ ਲਾਲੋ ਲਾਲ ਰਹਿੰਦਾ ਸੀ ਸੋਨੇ ਦੇ ਸਿੰਘਾਸਨਾਂ ਤੇ ਰੇਸ਼ਮ ਦੇ ਕੱਪੜੇ ਵਸਤਰ ਪਾ ਕੇ, ਹੁਣ ਵੀ ਲਾਲ ਹੈ? ਹੁਣ ਵੀ ਪ੍ਰਮਾਤਮਾ ਨੂੰ ਤੂੰ ਸ਼ੁਕਰ ਕਰੇਗਾ ਕਿ ਹੁਣ ਉਲਾਮਾ ਦੇਂਗਾ? ਕਹਿਣ ਲੱਗਾ ਨਹੀਂ, ਗੋਬਿੰਦ ਤੇ ਹਮੇਸ਼ਾ ਸ਼ੁਕਰ ਦੇ ਹੀ ਬਚਨ ਉਚਾਰਦਾ, ਯਾਰੜੇ ਦਾ ਸਾਨੂੰ 70 ਚੰਗਾ ਭੱਟ ਖੇੜਿਆਂ ਦਾ ਰਹਿਣਾ। ਕਹਿਣ ਲੱਗਾ ਮੈਨੂੰ ਤੇ ਆਹੀ ਚੰਗਾ ਹੈ ਜਿਹੜੇ ਕੰਡਿਆਂ ਤੇ ਸੂਲਾਂ ਤੇ ਪੈ ਕੇ ਮੈਨੂੰ ਪਰਮੇਸ਼ਰ ਦਾ ਨਾਮ ਯਾਦ ਆ ਜਾਵੇ। ਉਹ ਕੰਡੇ ਮੈਨੂੰ ਚੰਗੇ ਲੱਗਦੇ ਨਹੀਂ, ਜਿਹੜੇ ਰੇਸ਼ਮ ਦੇ ਗੱਦਿਆਂ ਤੇ ਬਹਿ ਕੇ ਉਹ ਮੈਨੂੰ ਭੁੱਲ ਜਾਵੇ, ਉਹ ਮੈਨੂੰ ਕੰਡਿਆਂ ਵਰਗੇ ਲੱਗਦੇ ਨੇ। ਯਾਰੜੇ ਦਾ ਸਾਨੂੰ 70 ਚੰਗਾ ਭੱਟ ਖੇੜਿਆਂ ਦਾ ਰਹਿਣਾ। ਕਈ ਇਸ ਦਾ ਵਿਚਾਰੋ, ਉਹ ਚੂਚਕ ਦੇ ਘਰ ਨਾਲ ਵੀ ਕਰਦੇ ਨੇ ਖੇੜਿਆਂ ਵਾਲੇ। ਰਹੋ ਵਿਚਾਰ, ਪਰ ਆਪਾਂ ਇੱਧਰੋਂ ਹੀ ਆਪਣੀ ਵਿਚਾਰ ਰੱਖੀਏ। ਜੋ ਮੈਂ ਵਿਚਾਰ ਕਰ ਰਿਹਾ ਸਾਂ ਕਿ ਮਾਲਕ ਜੀ ਨੇ ਹਰੇਕ ਪ੍ਰਥਾਏ ਬਾਣੀ ਉਚਾਰੀ, ਪਹਿਲੋਂ ਆਪ ਖਰੇ ਉਤਰੇ, ਫਿਰ ਸਿੱਖਾਂ ਨੂੰ ਸਮਝਾਇਆ। ਜੋ ਅੱਜ ਦੀ ਮੁਬਾਰਕ ਬਾਣੀ ਹੈ, ਐਤਵਾਰ ਤੋਂ ਸ਼ੁਰੂ ਹੋਈ ਹੈ। ਐਤਵਾਰ ਤੋਂ ਲੈ ਕਰਕੇ ਸਤਿਗੁਰਾਂ ਦੀ ਮੁਬਾਰਕ ਬੋਲੀ ਮੁਤਾਬਕ ਆਦਿੱਤ ਤੋਂ ਲੈ ਕੇ ਸ਼ਨੀਚਰਵਾਰ ਤੱਕ, ਆਪਣੀ ਬੋਲੀ ਮੁਤਾਬਕ ਐਤਵਾਰ ਤੋਂ ਲੈ ਕੇ ਸ਼ਨੀਵਾਰ ਤੱਕ, ਵਾਰ ਤੱਕ
ਜੋ ਸਤਿਗੁਰਾਂ ਨੇ ਬੋਲ ਉਚਾਰਿਆ, ਕਹਿਣ ਲੱਗੇ ਉਸ ਆਦਿਤ ਤੋਂ, ਆਦਿਤ ਕਹਿੰਦੇ ਨੇ ਉਸ ਇੱਕ ਤੋਂ, ਇੱਕ ਕਹਿੰਦੇ ਨੇ ਪਰਮੇਸ਼ਰ ਤੋਂ, ਪਰਮੇਸ਼ਰ ਵਾਹਿਗੁਰੂ ਤੋਂ ਇਹ ਜੋ ਸਾਰੇ ਸੰਸਾਰ ਦੀ ਬਾਤ ਹੈ ਸ਼ੁਰੂ ਹੋਈ ਹੈ। ਆਪੇ ਵਰਤੈ ਅਵਰ ਨ ਕੋਈ। ਸਤਿਗੁਰੂ ਕਹਿਣ ਲੱਗੇ ਉਹ ਜਦੋਂ ਬਣਾ ਦਿੰਦਾ ਨਾ ਕਿਸੇ ਨੂੰ, ਚਾਹੇ ਉਹ ਕੁਛ ਵੀ ਬਣਾਵੇ ਸੰਸਾਰ ਉੱਪਰ, ਫਿਰ ਆਪੇ ਵਰਤੈ, ਉਹ ਸਾਰਿਆਂ ਵਿੱਚ ਆਪ ਹੀ ਵਰਤਦਾ, ਕਿਸੇ ਤੋਂ ਦੂਰ ਨਹੀਂ ਹੁੰਦਾ, ਕਿਸੇ ਤੋਂ ਵੱਖਰਾ ਨਹੀਂ ਹੁੰਦਾ, ਕਿਸੇ ਤੋਂ ਅਲੱਗ ਨਹੀਂ ਹੁੰਦਾ। ਮੈਂ ਹਮੇਸ਼ਾ ਵਿਚਾਰ ਕਰਨਾ ਵੀ ਉਹ ਇਹ ਤੇ ਗੱਲਾਂ ਦੂਰ ਦੀਆਂ ਨੇ ਵੀ ਸਾਨੂੰ ਅਜੇ ਪਛਾਣ ਨਹੀਂ ਆਇਆ ਪ੍ਰਮਾਤਮਾ, ਅਸੀਂ ਆਖੇ ਵੀ ਸਾਡੇ ਹਿਰਦੇ 'ਚ ਤੇ ਪ੍ਰਮਾਤਮਾ ਹੈ ਹੀ ਨਹੀਂ, ਇਹ ਤੇ ਬਾਣੀ, ਬਸ ਬਾਣੀ ਸਤਿਗੁਰਾਂ ਨੇ ਲਿਖ ਦਿੱਤੀ, ਬਾਣੀ ਸਮਝ ਨਹੀਂ ਆਈ ਤੇ ਸਾਡੇ ਲਈ ਝੂਠੀ ਹੋ ਗਈ। ਪਰ ਨਹੀਂ ਪਿਆਰ ਵਾਲਿਆ, ਜਿਸ ਦਿਨ ਤੇਰੇ ਅੰਦਰੋਂ ਵਾਹਿਗੁਰੂ ਪਰਮੇਸ਼ਰ ਨਿਕਲ ਗਿਆ ਨਾ, ਉਸ ਦਿਨ ਫਿਰ ਤੇਰਾ ਨਾਮ ਲੈ ਕੇ ਤੈਨੂੰ ਕਿਸੇ ਨੇ ਨਹੀਂ ਸੱਦਣਾ, ਉਸ ਦਿਨ ਤੇਰਾ ਨਾਮ ਲੈ ਕੇ ਤੈਨੂੰ ਕਿਸੇ ਨੇ ਨਹੀਂ ਬੁਲਾਉਣਾ। ਫਿਰ ਉਸ ਦਿਨ ਲੋਕੀ ਤੈਨੂੰ ਲੋਥ ਹੀ ਕਹਿ ਕੇ ਵਾਜਾਂ ਮਾਰਨਗੇ, ਘਰ ਕੀ ਨਾਰ ਬਹੁਤ ਇਤ ਜਾਤਿਓ ਸਦਾ ਰਹਿਤ ਸੰਗ ਲਾਗੀ, ਅੰਤ ਸੰਗ ਤਜੀਏ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ। ਇਹ ਵਿਦ ਕੋ ਵਿਵਹਾਰ ਬਣਿਓ ਹੈ ਜਾਸਿਓ ਨਿਹੋ ਲਗਾਇਓ, ਅੰਤ ਬਾਰ ਨਾਨਕ ਬਿਨ ਹਰ ਜੀ ਕੋ ਕੰਮ ਨਾ ਆਇਓ। ਆ ਜਿਹੜੇ ਸੰਸਾਰ ਨਾਲ ਮੋਹ ਲਾਉਣਾ, ਇਹਨਾਂ ਨੇ ਕੰਮ ਨਹੀਂ ਆਉਣਾ। ਕੰਮ ਕੌਣ ਆਏਗਾ? ਜੋ ਸਤਿਗੁਰੂ ਕਹਿ ਰਹੇ ਨੇ ਆਪੇ ਵਰਤੈ, ਜਿਹਨੇ ਬਣਾਇਆ ਤੇ ਜਿਹੜਾ ਵਿੱਚ ਵਰਤ ਰਿਹਾ। ਵਿਚਾਰ ਕਰਦੇ ਹੁੰਨੇ ਆ, ਵੇਖੋ ਇੱਕ ਮੈਂ ਬਚਨ ਜਿਹੜੇ ਵਰਤਨ ਲੱਗਿਆ ਉਹ ਕਿਸੇ ਜਾਤ ਦੇ ਪ੍ਰਥਾਏ ਨਹੀਂ, ਸਿਰਫ ਉਦਾਹਰਨ ਦੇ ਤੌਰ ਤੇ ਬਚਨ ਵਰਤਨ ਲੱਗਾ। ਮੈਂ ਕਹਿਣ ਲੱਗਾ ਸਾਂ ਘੁਮਿਆਰ, ਤੇ ਅੱਗੇ ਮੈਂ ਬਚਨਾ ਵਰਤਾਂਗਾ ਲੋਹਾਰ, ਤੇ ਉਹ ਕਿਸੇ ਜਾਤ ਦੇ ਪ੍ਰਥਾਏ ਨੇ। ਜੇ ਆਪਾਂ ਇਉਂ ਕਹਿ ਲਈਏ ਮਿੱਟੀ ਦੇ ਭਾਂਡੇ ਬਣਾਉਣ ਵਾਲਾ ਕਾਰੀਗਰ, ਜਿਵੇਂ ਵੀ ਆਪ ਜੀ ਨੂੰ ਚੰਗਾ ਲੱਗੇ ਰਹੋ ਵਿਚਾਰ। ਇੱਕ ਘੁਮਿਆਰ ਭਾਂਡੇ ਬਣਾਉਂਦਾ ਹੈ, ਜਾਂ ਮਿੱਟੀ ਦਾ ਮੂਰਤੀਕਾਰ ਮੂਰਤੀਆਂ ਬਣਾ ਦਿੰਦਾ ਹੈ। ਆਪਾਂ ਮੂਰਤੀ ਸ਼ਬਦ ਵਰਤੀਏ ਕਿਉਂਕਿ ਇਨਸਾਨ ਵੀ ਇੱਕ ਮਾਟੀ ਕੋ ਪੁੱਤਰਾ ਹੈ, ਇਨਸਾਨ ਵੀ ਇੱਕ ਮੂਰਤੀ ਹੈ। ਮਿੱਟੀ ਦੀਆਂ ਮੂਰਤੀਆਂ ਬਣਾਉਣ ਵਾਲਾ ਮੂਰਤੀਕਾਰ, ਜਿੰਨੀ ਕੁ ਉਸਨੇ ਮੂਰਤੀ ਬਣਾਉਣੀ ਹੈ, ਫੁੱਟ ਦੀ, 2 ਫੁੱਟ 3 ਫੁੱਟ ਦੀ, ਜਿੰਨੀ ਵੀ ਵੱਡੀ ਬਣਾਉਣੀ ਹੈ, ਉਸਨੇ 20 25 30 ਕਿਲੋ ਮਿੱਟੀ ਵਰਤੀ, ਆਪਣੀ ਉਸਨੇ ਕਲਾ ਵਿਖਾਈ, ਉਸ ਨੂੰ ਪਾਣੀ ਨਾਲ ਗੁੰਨ ਕੇ ਮਿੱਟੀ ਨੂੰ, ਤੇ ਉਸਨੇ ਇੱਕ ਮੂਰਤੀ ਤਿਆਰ ਕਰ ਦਿੱਤੀ। ਤੇ ਉਹ ਜਿਹੜੀ ਮੂਰਤੀ ਹੈ ਉਹਦੀ ਇੱਕ ਖਾਸੀਅਤ ਹੈ ਵੀ ਉਹ ਦੇਖਣ ਨੂੰ ਬੜੀ ਸੋਹਣੀ ਲੱਗਦੀ ਏ, ਦੇਖਣ ਨੂੰ ਬੜੀ ਮਨਮੋਹਣੀ ਲੱਗਦੀ ਏ, ਪਰ ਉਹਦੇ ਵਿੱਚ ਇੱਕ ਦੋਸ਼ ਹੈ ਕਿ ਇਹ ਬੋਲਦੀ ਨਹੀਂ, ਇਹ ਆਪਣੇ ਜਜ਼ਬਾਤ ਨਹੀਂ ਪ੍ਰਗਟ ਕਰ ਸਕਦੀ। ਜਿੱਥੇ ਇਸ ਨੂੰ ਖੜਾ ਦੋ ਖੜੀ ਰਹਿੰਦੀ ਹੈ, ਇਸ ਨੂੰ ਲਟਾ ਦੋ ਲੇਟੀ ਰਹਿੰਦੀ ਹੈ, ਇਹ ਨਾ ਬੋਲਦੀ ਏ, ਨਾ ਕੁਝ ਜਜ਼ਬਾਤ ਪ੍ਰਗਟ ਕਰਦੀ ਏ, ਨਾ ਉੱਠਦੀ ਏ, ਨਾ ਬਹਿੰਦੀ ਏ। ਧੁੱਪੇ ਖਿਲਾਰ ਦੋ ਧੁੱਪੇ, ਤੇ ਛਾਵੇਂ ਖਿਲਾਰ ਦੋ ਛਾਵੇਂ, ਠੰਡੇ ਖਿਲਾ ਦੋ ਠੰਡੇ, ਤੇ ਗਰਮੀ ਖਿਲਾ ਦੋ ਗਰਮੀ। ਇਹਦੇ ਵਿੱਚ ਦੋਸ਼ ਬੜਾ ਵੱਡਾ ਹੈ। ਕਹਿਣ ਲੱਗੇ ਕਿ ਲੋਹਾਰ ਨੇ, ਉਸ ਲੋਹੇ ਦੇ ਕਾਰੀਗਰ ਨੇ ਵੀ ਮੂਰਤੀ ਬਣਾਈ, ਉਸ ਨੇ ਵੀ 25 30 ਕਿਲੋ ਲੋਹਾ ਵਰਤਿਆ, ਬੜੀ ਸੋਹਣੀ ਮੂਰਤੀ ਬਣਾਈ, ਜਿਉਂ ਇਉਂ ਲੱਗੇ ਵੀ ਜਿਉਂ ਸਾਹਮਣੇ ਬੰਦਾ ਖਲੋਤਾ ਹੈ, ਇੰਨੀ ਸੋਹਣੀ ਮੂਰਤ ਬਣਾਈ। ਪਰ ਉਹਦੇ ਵਿੱਚ ਵੀ ਉਹ ਦੋਸ਼, ਨਾ ਉਹ ਬੋਲਦੀ ਏ, ਨਾ ਜਜ਼ਬਾਤ ਪ੍ਰਗਟ ਕਰਦੀ ਏ, ਨਾ ਅੱਗੇ ਪਿੱਛੇ, ਨਾ ਉੱਠਦੀ ਏ, ਨਾ ਬਹਿੰਦੀ ਏ। ਉਹ ਵੀ ਮੂਰਤੀ ਸਾਡੀਆਂ ਨਜ਼ਰਾਂ ਤੋਂ ਲੈ ਗਈ, ਫੇਲ ਹੋ ਗਈ। ਕਹਿਣ ਲੱਗੇ ਫਿਰ ਇੱਕ ਚਿੱਤਰਕਾਰ ਦੀ ਵਾਰੀ ਆਈ। ਚਿੱਤਰਕਾਰ ਨੇ ਕਨਵੈਸ ਲਾਇਆ, ਚਿੱਤਰਕਾਰ ਨੇ ਆਪਣਾ ਪਰਦਾ ਲਾਇਆ, ਕੱਪੜਾ ਲਾਇਆ, ਕਾਗਜ਼ ਲਾਇਆ, ਉਸ ਨੇ ਰੰਗ ਵਰਤੇ, ਜਿੰਨੇ ਕੋ ਉਸ ਨੂੰ ਰੰਗ ਚਾਹੀਦੇ ਸੀ, ਪਾਣੀ ਦੇ ਰੰਗ ਉਸ ਨੇ ਵਰਤੇ, ਤੇ ਉਸ ਨੇ ਇੱਕ ਚਿੱਤਰਕਾਰੀ ਕਰ ਦਿੱਤੀ, ਖੜੇ ਬੰਦੇ ਦੀ ਤਸਵੀਰ ਬਣਾ ਦਿੱਤੀ। ਤਸਵੀਰ ਵਿੱਚੋਂ ਬੰਦਾ ਹੂਬਹੂ ਦਿਖਦਾ ਹੈ, ਪਰ ਤਸਵੀਰ ਵਿੱਚ ਵੀ ਇੱਕ ਦੋਸ਼ ਹੈ ਵੀ ਤਸਵੀਰ ਵੀ ਬੋਲਦੀ ਨਹੀਂ। ਜਿਹੜੇ ਬੰਦੇ ਦੀ ਤਸਵੀਰ ਹੈ, ਜਿਹੜੇ ਬੰਦੇ ਦੀ ਮੂਰਤ, ਉਹ ਬੰਦਾ ਤੇ ਬੋਲਦਾ ਹੈ, ਪਰ ਮਿੱਟੀ ਦੀ ਮੂਰਤ ਨਹੀਂ ਬੋਲਦੀ। ਜਿਹੜੇ ਬੰਦੇ ਦੇ ਰੂਪ ਦੀ ਉਹ ਲੋਹੇ ਦੀ ਮੂਰਤ ਬਣਾਈ, ਉਹ ਬੰਦਾ ਤੇ ਬੋਲਦਾ ਹੈ, ਪਰ ਲੋਹੇ ਦੀ ਮੂਰਤ ਨਹੀਂ ਬੋਲਦੀ। ਜਿਹੜੇ ਬੰਦੇ ਦੀ ਪੇਂਟਿੰਗ ਬਣਾਈ, ਉਹ ਬੰਦਾ ਤੇ ਬੋਲਦਾ, ਪਰ ਪੇਂਟਿੰਗ ਨਹੀਂ ਬੋਲਦੀ। ਬੰਦਾ ਧਿਆਨ ਛਕਦਾ, ਪਰ ਪੇਂਟਿੰਗ ਨਹੀਂ ਛਕਦੀ। ਬੰਦੇ ਨੂੰ ਤੇ ਗਰਮੀ ਤੇ ਠੰਡ ਮਹਿਸੂਸ ਹੁੰਦੀ ਏ, ਪਰ ਪੇਂਟਿੰਗ ਨੂੰ ਇਹਨਾਂ ਗੱਲਾਂ ਵਿੱਚੋਂ ਕੁਝ ਨਹੀਂ ਲੱਗਦਾ। ਕਹਿਣ ਲੱਗੇ ਸਾਰਿਆਂ ਨੇ ਆਪਣੀ ਕਾਰਾਗਿਰੀ ਵਿਖਾਈ, ਤੇ ਕਹਿਣ ਲੱਗੇ ਵੀ ਇਹਨਾਂ ਤਿੰਨਾਂ ਚਾਰਾਂ ਚੋਂ ਕਾਰੀਗਰ ਚੁਣੋ, ਕਿਹੜਾ ਸੋਹਣਾ ਹੈ। ਇਹਨਾਂ ਤਿੰਨਾਂ ਚੋਂ ਕਾਰੀਗਰ ਚੁਣੋ, ਕਿਹੜਾ ਸੋਹਣਾ ਹੈ। ਕਹਿਣ ਲੱਗੇ ਜਿਹੜਾ ਜੱਜ ਸੀ ਨਾ, ਉਹਨਾਂ ਵਿੱਚ ਇੱਕ ਗੁਰੂ ਕੇ ਘਰ ਵਾਲਾ, ਜਾਂ ਇਉਂ ਕਹਿ ਲਈਏ ਧਰਮਾਤਮਾ ਮਹਾਂਪੁਰਖ ਵੀ ਬੈਠਾ ਸੀ। ਉਹ ਕਹਿਣ ਲੱਗਾ ਵੀ ਵੇਖੋ, ਜੇ ਤੁਸੀਂ ਇੱਥੇ ਨਿਰਣਾ ਕਰਨ ਲੱਗੇ ਹੋ ਮੂਰਤੀਆਂ ਦਾ, ਤੇ ਇਹਨਾਂ ਵਿੱਚ ਇੱਕ ਬੰਦਾ ਵੀ ਖਿਲਾਰੋ। ਫਿਰ ਇੱਕ ਤੇ ਤੁਸੀਂ ਮਿੱਟੀ ਦੀ ਖਿਲਾਰ ਦਿੱਤੀ ਏ,
ਇੱਕ ਤੁਸੀਂ ਲੋਹੇ ਦੀ ਖਿਲਾਰ ਦਿੱਤੀ ਏ, ਇੱਕ ਤੁਸੀਂ ਕਹਿਣ ਲੱਗਿਆ ਪੇਂਟਿੰਗ ਰੱਖ ਦਿੱਤੀ, ਇੱਕ ਪਾਸੇ ਬੰਦਾ ਵੀ ਖਿਲਾਰੋ ਨਾ। ਕਹਿਣ ਲੱਗੇ ਕਿਉਂ? ਕਹਿਣ ਲੱਗੇ ਮਿੱਟੀ ਵਾਲੇ ਨੇ 15-20 ਕਿਲੋ ਮਿੱਟੀ ਵਰਤੀ, ਲੋਹੇ ਵਾਲੇ ਨੇ 15-20 ਕਿਲੋ ਲੋਹਾ ਵਰਤਿਆ, ਉਹ ਪੇਂਟਿੰਗ ਬਣਾਉਣ ਵਾਲੇ ਨੇ ਕਹਿਣ ਲੱਗੇ ਆਪਣੇ ਰੰਗ ਵਰਤੇ, ਪਰ ਪ੍ਰਮਾਤਮਾ ਨੇ ਮੂਰਤ ਬਣਾਈ ਤੇ ਸਿਰਫ ਇੱਕ ਬੂੰਦ ਵਰਤੀ। ਉਸ ਪ੍ਰਮਾਤਮਾ ਵਾਹਿਗੁਰੂ ਨੇ, ਇਹ ਜਿਵੇਂ ਸਤਿਗੁਰੂ ਕਹਿੰਦੇ ਨੇ ਮਾਂ ਕੀ ਰਕਤ ਪਿਤਾ ਬਿੰਦ ਧਾਰਾ, ਉਸ ਪ੍ਰਮਾਤਮਾ ਨੇ ਮਾਤਾ ਦੇ ਖੂਨ ਤੋਂ, ਪਿਤਾ ਦੇ ਬਿੰਦ ਤੋਂ ਉਸ ਨੇ ਇੱਕ ਪੁਰਖ ਬਣਾਇਆ ਤੇ ਕਹਿਣ ਲੱਗੇ ਮਿੱਟੀ ਦੀ ਮੂਰਤ ਨੇ, ਮੂਰਤੀਕਾਰ ਨੇ ਮੂਰਤੀ ਬਣਾਈ ਤੇ ਲਾਂਭੇ ਹੋ ਗਿਆ। ਉਹ ਲੋਹੇ ਦੇ ਕਾਰੀਗਰ ਨੇ ਲੋਹੇ ਦੀ ਮੂਰਤੀ ਬਣਾਈ ਤੇ ਲਾਂਭੇ ਹੋ ਗਿਆ, ਪੇਂਟਰ ਨੇ ਪੇਂਟਿੰਗ ਬਣਾਈ ਤੇ ਲਾਂਭੇ ਹੋ ਗਿਆ। ਪਰਮਾਤਮਾ ਨੇ ਇਨਸਾਨ ਬਣਾਇਆ ਤੇ ਇਹਦੇ ਵਿੱਚ ਹੀ ਵੜ ਕੇ ਬਹਿ ਗਿਆ। ਪਰਮਾਤਮਾ ਲੱਗ ਨਹੀਂ ਹੋਇਆ, ਪਰਮਾਤਮਾ ਦੂਰ ਨਹੀਂ ਹੋਇਆ, ਇੱਕ ਬੂੰਦ ਤੋਂ ਉਸਨੇ ਸਾਰਾ ਸੰਸਾਰ ਪੈਦਾ ਕਰ ਦਿੱਤਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਜੋ ਅੱਜ ਦੀ ਪਾਵਨ ਬਾਣੀ ਦੀ ਜੋ ਪੰਕਤੀ ਸਤਿਗੁਰਾਂ ਨੇ ਬਖਸ਼ੀ ਆ, ਆਪੇ ਵਰਤੈ, ਉਹ ਆਪ ਹੀ ਉਹਨੇ ਬਣਾਇਆ ਤੇ ਆਪ ਹੀ ਸਾਰਿਆਂ ਵਿੱਚ ਵਰਤ ਰਿਹਾ। ਮਿਸਤਰੀ ਘਰ ਬਣਾ ਕੇ ਪਰੇ ਹੋ ਜਾਂਦੇ ਨੇ, ਪਰ ਪਰਮਾਤਮਾ ਨੇ ਸਰੀਰ ਰੂਪੀ ਘਰ ਬਣਾਇਆ ਤੇ ਦੂਰ ਨਹੀਂ ਹੋਇਆ। ਉਹ ਗੱਲ ਵੱਖਰੀ, ਕਿਸੇ ਨੂੰ ਦਿਖਦਾ ਹੀ ਹੈ ਨਹੀਂ। ਲੋਕੀ ਬਾਹਰ ਲੱਜਦੇ ਫਿਰਦੇ ਨੇ, ਲੋਕੀ ਹੋਰ ਥਾਵਾਂ ਤੇ ਢੂੰਡਦੇ ਫਿਰਦੇ ਨੇ, ਪਰ ਪ੍ਰਮਾਤਮਾ ਵਾਹਿਗੁਰੂ ਤੇ ਇਸੇ ਹਿਰਦੇ ਵਿੱਚ ਹੈ। ਬਾਣੀ ਆਖਦੀ ਏ ਕਈਆਂ ਨੂੰ ਮਿਲ ਗਿਆ ਤੇ ਕਈਆਂ ਨੂੰ ਅਜੇ ਮਿਲਿਆ ਨਹੀਂ। ਹੈਣ ਵਿਰਲੇ ਨਾਹੀ ਘਣੇ ਫੈਲ ਪਕੜ ਸੰਸਾਰ। ਸਤਿਗੁਰੂ ਕਹਿਣ ਲੱਗੇ ਉਹ ਆਪ ਹੀ ਇਸ ਜੀਵ ਦੇ ਵਿੱਚ ਵਸਦਾ ਹੈ, ਭਾਵ ਆਪ ਹੀ ਸੰਸਾਰ ਵਿੱਚ ਵਸਦਾ ਤੇ ਆਪ ਹੀ ਉਸਨੇ ਸੰਸਾਰ ਪੈਦਾ ਕੀਤਾ ਹੈ। ਓਤ ਪੋਤ ਜਗ ਰਹਿਆ ਪਰੋਈ, ਆਪੇ ਕਰਤਾ ਕਰੈ ਸੋ ਹੋਈ। ਕਹਿਣ ਲੱਗੇ ਜਿਵੇਂ ਤਾਣੇ ਤੇ ਪੇਟੇ ਦਾ ਉਲਝਾਓ ਹੁੰਦਾ ਹੈ ਨਾ, ਐਵੇਂ ਹੀ ਪ੍ਰਮਾਤਮਾ ਤੇ ਸੰਸਾਰ ਦਾ ਉਲਝਾਓ ਹੈ। ਦੂਸਰੀ ਬਾਤ ਕਹਿਣ ਲੱਗੇ ਜਿਹੜਾ ਤਾਣੇ ਤੇ ਪੇਟੇ ਦਾ ਉਲਝਾਓ ਹੈ ਉਹਨੂੰ ਤੇ ਕੋਈ ਨਿਗਾਹ ਲਾ ਕੇ ਸਮਾਂ ਲਾ ਕੇ ਅੱਡ ਅੱਡ ਕਰ ਦੇਗਾ, ਪਰ ਪਰਮਾਤਮਾ ਤੇ ਇੱਕ ਮਨੁੱਖ ਨੂੰ ਕੋਈ ਅਲੱਗ ਨਹੀਂ ਕਰ ਸਕਦਾ। ਵਾਹਿਗੁਰੂ ਪਰਮੇਸ਼ਰ ਇਹ ਸਰੀਰਾਂ ਦੇ ਵਿੱਚੋਂ ਜੁਦਾ ਨਹੀਂ ਹੁੰਦਾ। ਵਾਹਿਗੁਰੂ ਪਰਮੇਸ਼ਰ ਇਹਨਾਂ ਸਰੀਰਾਂ ਦੇ ਵਿੱਚੋਂ ਘਟਾਂ ਦੇ ਵਿੱਚੋਂ ਵੱਖਰਾ ਨਹੀਂ ਹੁੰਦਾ। ਉਹ ਵਾਹਿਗੁਰੂ ਪਰਮੇਸ਼ਰ ਆਪ ਹੀ ਸਭ ਪਾਸੇ ਵਰਤ ਰਿਹਾ ਹੈ। ਨਾਮ ਰਤੇ ਸਦਾ ਸੁਖ ਹੋਈ, ਗੁਰਮੁਖ ਵਿਰਲਾ ਬੂਝੈ ਕੋਈ। ਜੋ ਵਿਚਾਰ ਕਰ ਰਹੇ ਸਾਂ ਕਿ ਜਿਹੜਾ ਸੁਖ ਉਸ ਨੂੰ ਮਿਲਦਾ ਜਿਹੜਾ ਨਾਮ ਵਿੱਚ ਰਤਿਆ ਹੋਇਆ, ਪਰ ਇਸ ਗੱਲ ਨੂੰ ਵੀ ਕਹਿਣ ਲੱਗੇ ਕੋਈ ਵਿਰਲਾ ਹੀ ਸਮਝ ਸਕਦਾ, ਇਸ ਗੱਲ ਨੂੰ ਵੀ ਕੋਈ ਵਿਰਲਾ ਹੀ ਜਾਣ ਸਕਦਾ। ਕਹਿਣ ਲੱਗੇ ਸੁਣਨਾ ਵੈਸੇ ਹਰੇਕ ਦੇ ਵੱਸ ਦੀ ਗੱਲ ਨਹੀਂ, ਪਰ ਸੁਣ ਲਿਆ, ਪਰ ਸੁਣਨ ਤੋਂ ਬਾਅਦ ਫਿਰ ਕੀ ਕਰਨਾ? ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਦੱਸਿਆ, ਮੁੱਢਲੀ ਬਾਣੀ ਪ੍ਰਮੁੱਖ ਬਾਣੀ ਸ਼੍ਰੋਮਣੀ ਬਾਣੀ ਚ ਸਤਿਗੁਰਾਂ ਨੇ ਦੱਸਿਆ। ਕਹਿਣ ਲੱਗੇ ਵੇਖ ਸੱਜਣਾ, ਸੁਣਨ ਨਾਲ ਕੀ ਹੋਏਗਾ? ਸੁਣਿਆ 68, ਕਹਿਣ ਲੱਗੇ ਜਿਹੜਾ ਤੈਨੂੰ 68 ਤੀਰਥ ਤੂੰ ਭਟਕ ਕੇ ਲੱਭਣਾ ਫਿਰਨਾ ਨਾ, ਇਹਨਾਂ 68 ਤੀਰਥਾਂ ਦਾ ਇਸ਼ਨਾਨ ਤੈਨੂੰ ਸੁਣ ਕੇ ਪ੍ਰਾਪਤ ਹੋ ਜਾਏਗਾ। ਕਹਿਣ ਲੱਗੇ ਸੁਣੇਗਾ ਤੇ ਕੀ ਹੋਏਗਾ? ਤੇਰੇ ਸਰੀਰ ਦੀ ਮੈਲ ਲੱਥ ਜਾਏਗੀ। ਪਰ ਇੱਕ ਗੱਲ ਹੋਰ ਕਰੀ, ਕੱਲਾ ਸੁਣਨ ਨਾਲ ਵੀ ਨਹੀਂ ਹੋਣਾ, 4 ਪੌੜੀਆਂ ਸੁਣਨ ਦੀਆਂ ਕਹਿ ਕੇ ਸਤਿਗੁਰੂ ਕਹਿਣ ਲੱਗੇ ਮੰਨਣਾ ਵੀ ਤੈਨੂੰ ਪਏਗਾ। ਮੰਨੇ ਕੀ ਗੱਤ ਕਹੀ ਨਾ ਜਾਏ। ਕਹਿਣ ਲੱਗੇ ਜਿਹੜਾ ਮੰਨ ਲੇਗਾ ਉਸ ਦੀ ਗੱਤ ਕਿਉਂ ਨਹੀਂ ਕਹੀ ਜਾਂਦੀ? ਕਿਉਂਕਿ ਉਹ ਪਰਮਾਤਮਾ ਵਿੱਚ ਅਭੇਦ ਹੋ ਜਾਂਦਾ। ਜੇ ਪਰਮਾਤਮਾ ਬਾਰੇ ਨਹੀਂ ਬੋਲਿਆ ਜਾ ਸਕਦਾ ਤੇ ਜਿਹੜਾ ਪਰਮਾਤਮਾ 'ਚ ਭੇਦ ਹੋ ਗਿਆ ਉਹਦੇ ਬਾਰੇ ਵੀ ਆਖਿਆ ਨਹੀਂ ਜਾ ਸਕਦਾ। ਸਤਿਗੁਰੂ ਕਹਿਣ ਲੱਗੇ ਪਹਿਲੋਂ ਤੇਰੇ ਵਾਸਤੇ ਸੁਣਨਾ ਜ਼ਰੂਰੀ, ਸੁਣਨ ਤੋਂ ਬਾਅਦ ਤੇਰੇ ਵਾਸਤੇ ਮੰਨਣਾ ਅਤ ਲਾਜ਼ਮੀ ਹੋ ਜਾਏਗਾ। ਜੋ ਤੂੰ ਸੁਣ ਲਿਆ ਕਿ ਵਾਹਿਗੁਰੂ ਪਰਮੇਸ਼ਰ ਜਪਿਆਂ ਪ੍ਰਾਪਤ ਹੁੰਦਾ, ਇਹ ਤੇ ਤੈਨੂੰ ਸਿੱਖਿਆ ਮਿਲ ਗਈ ਨਾ। ਟੀਚਰ ਨੇ ਤੈਨੂੰ ਕਲਾਸ 'ਚ ਬਹਾ ਕੇ ਜੋ ਪੜ੍ਹਾ ਦਿੱਤਾ ਉਹਨੂੰ ਲਰਨ ਕਰਨਾ, ਉਹਨੂੰ ਯਾਦ ਕਰਨਾ ਵੀ ਤੇਰੇ ਵਾਸਤੇ ਲਾਜ਼ਮੀ ਹੋਏਗਾ। ਕਿਉਂ? ਕਿਉਂਕਿ ਜਿਸ ਦਿਨ ਪੇਪਰ ਹੋਏ ਉਸ ਦਿਨ ਸੁਣਨਾ ਨਹੀਂ, ਉਸ ਦਿਨ ਲਿਖਣਾ ਲਾਜ਼ਮੀ ਬਣ ਜਾਏਗਾ। ਲਿਖ ਉਹ ਸਕਦਾ ਜਿਹੜਾ ਸੁਣੇ ਹੋਏ ਨੂੰ ਮੰਨ ਲਵੇ, ਲਿਖ ਉਹ ਸਕਦਾ ਜਿਹਨੇ ਸੁਣੇ ਹੋਏ ਨੂੰ ਹਿਰਦੇ 'ਚ ਵਸਾ ਲਿਆ। ਸਿੱਖਾ ਤੇਰੇ ਵੀ ਪੇਪਰ ਹੋਣੇ ਨੇ, ਘਬਰਾ ਨਾ, ਤੇਰੀਆਂ ਕਲਾਸਾਂ ਚੱਲਦੀਆਂ ਪਈ ਨਾ, ਪੇਪਰ ਤੇਰੇ ਵੀ ਹੋਣੇ ਨੇ, ਹੋਣੇ ਉਸ ਦਿਨ ਨੇ। ਫਿਰ ਮੁੜ ਕੇ ਤੈਨੂੰ ਤਿਆਰੀ ਕਰਨ ਦਾ ਸਮਾਂ ਨਹੀਂ ਮਿਲਣਾ। ਦੁਨਿਆਵੀ ਪੇਪਰਾਂ ਵਿੱਚ ਤੇ ਲੋਕ ਪਰਚੀਆਂ ਲੈ ਕੇ ਚਲੇ ਜਾਂਦੇ ਨੇ,
ਉੱਥੇ ਤੇ ਟੀਚਰਾਂ ਨੂੰ ਰਿਸ਼ਵਤ ਦੇ ਕੇ ਬੰਦਾ ਨਕਲ ਕਰਕੇ ਕਾਪੀ ਕਰਕੇ ਪਾਸ ਹੋ ਜਾਂਦਾ, ਪਰ ਇੱਥੇ ਨਹੀਂ। ਇੱਥੇ ਤਾਂ ਆਪਣਾ ਲੇਖਾ ਆਪ ਹੀ ਦੇਣਾ ਪੈਣਾ। ਇੱਥੇ ਹੋਰ ਕੋਈ ਨਹੀਂ ਨਾਲ ਖੜ ਸਕਦਾ, ਨਾਲ ਇੱਕੋ ਹੀ ਬੰਦਾ ਖੜ ਸਕਦਾ, ਨਾਲ ਇੱਕੋ ਹੀ ਪੁਰਖ ਖੜ ਸਕਦਾ। ਕੌਣ? ਗੁਰੂ। ਤੇ ਗੁਰੂ ਕਿਹਨਾਂ ਨਾਲ ਖੜਦਾ? ਜਿਹੜੇ ਗੁਰੂ ਨੂੰ ਪਹਿਲਾਂ ਧਿਆਉਂਦੇ ਨੇ, ਜਿਹੜੇ ਗੁਰੂ ਨੂੰ ਯਾਦ ਕਰਦੇ ਨੇ। ਗੁਰੂ ਖੜਦਾ ਤੇ ਸਹੀ ਹੈ। ਓਏ ਜੀਵਨ ਦੇ ਵਿਛੜਾ ਓਏ ਮੋਇਆ ਨਾ ਜਾਹੀ, ਛੋੜੋ ਤੇ ਮਰਨ ਤੋਂ ਬਾਅਦ ਵੀ ਨਹੀਂ ਛੱਡਦਾ। ਪਰ ਛੱਡਦਾ ਕਿਹਨਾਂ ਨੂੰ ਨਹੀਂ? ਜਿਹੜੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਯਾਦ ਕਰਦੇ ਨੇ। ਹਿਰਦੈ ਜਪਣੀ ਜਪੋ ਗੁਣ ਤਾਸਾ, ਹਰ ਅਗਮ ਅਗੋਚਰ ਅਪਰੰਪਰ ਸੁਆਮੀ, ਜਨ ਪਗ ਲਗ ਧਿਆਵ ਹੋਏ ਦਾਸਨ ਦਾਸਾ ਰਹਾਉ। ਰਹਾਉ ਦੇ ਪਦ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਦੇ ਪ੍ਰਥਾਏ ਬੋਲ ਉਚਾਰੇ ਅਗਮ ਅਗੋਚਰ, ਜਿਹੜਾ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ। ਇੰਦਰੀਆਂ ਦੀ ਪਹੁੰਚ, ਇੰਦਰੇ ਜਾਂ ਇੰਦਰੀਆਂ ਦੀ ਪਹੁੰਚ ਤੋਂ ਪਰੇ, ਭਾਵ ਵਾਹਿਗੁਰੂ ਪਰਮੇਸ਼ਰ ਸਾਡੀ ਜ਼ੁਬਾਨ ਤੋਂ ਪਰੇ ਹੈ, ਵਾਹਿਗੁਰੂ ਪਰਮੇਸ਼ਰ ਸਾਡੇ ਕੰਨਾਂ ਤੋਂ ਪਰੇ ਹੈ, ਵਾਹਿਗੁਰੂ ਪਰਮੇਸ਼ਰ ਸਾਡੇ ਨੇਤਰਾਂ ਤੋਂ ਵੀ ਪਰੇ ਹੈ। ਭਾਵ ਉਹ ਵਾਹਿਗੁਰੂ ਪਰਮੇਸ਼ਰ ਨੂੰ ਵੇਖਿਆ ਨਹੀਂ ਜਾ ਸਕਦਾ, ਉਹਦੇ ਵਿੱਚ ਅਭੇਦ ਹੋਇਆ ਜਾ ਸਕਦਾ, ਉਹਦੇ ਜਸ ਨੂੰ ਗਾਇਆ ਨਹੀਂ ਜਾ ਸਕਦਾ, ਉਹਦੇ ਵਿੱਚ ਸਿਰਫ ਅਭੇਦ ਹੀ ਹੋਇਆ ਜਾ ਸਕਦਾ। ਉਹ ਇੰਦਰੀਆਂ ਦੀ ਪਹੁੰਚ ਤੋਂ ਗੋਚਰਾ ਹੈ, ਗੋਚਰਾ ਜਿਹਦੇ ਤੱਕ ਪਹੁੰਚਿਆ ਨਾ ਜਾ ਸਕੇ, ਅਪਹੁੰਚ ਹੈ ਵਾਹਿਗੁਰੂ, ਉਹਨੂੰ ਕੋਈ ਨਾ ਫੜ ਸਕਿਆ ਤੇ ਨਾ ਹੀ ਕੋਈ ਫੜ ਸਕੇਗਾ। ਤੇ ਕਹਿਣ ਲੱਗੇ ਜਿਹੜੇ ਫੜ ਲੈ, ਲੋਕੀ ਤਾਂ ਝੂਠ ਬੜਾ ਮਾਰਦੇ ਨੇ, ਝੂਠ ਬੜਾ ਬੋਲਦੇ ਨੇ ਵੀ ਮੈਂ ਰੱਬ ਵੇਖ ਲਿਆ ਤੇ ਮੈਂ ਤੁਹਾਨੂੰ ਵੀ ਵਿਖਾ ਦਿੰਨਾ। ਪਰ ਜੇ ਬਾਣੀ ਨੂੰ ਮੰਨੀਏ ਤੇ ਸਤਿਗੁਰੂ ਕਹਿਣ ਲੱਗੇ ਹੁਣ ਨਜ਼ੀਕ ਖੁਦਾਏ ਦੇ ਭੇਤ ਨਾ ਕਿਸੇ। ਭੇਤ ਦੇਣਗੇ ਕਿੱਦਾਂ? ਉਹਨਾਂ ਦੀ ਜ਼ੁਬਾਨ ਹੀ ਕੰਮ ਕਰਨੋਂ ਹਟ ਜਾਂਦੀ ਹੈ। ਜਿਹੜੀਆਂ ਉਹ ਫਿਰ ਉਹ ਗੱਲਾਂ ਕਹਿੰਦੇ ਨੇ ਲੋਕਾਂ ਦੀ ਸਮਝ 'ਚ ਹੀ ਕੋਈ ਨਹੀਂ ਪੈਂਦੀਆਂ। ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਤੇ ਕਹਿੰਦੇ ਸੀ ਇੱਧਰ ਵੀ ਪ੍ਰਮਾਤਮਾ ਇੱਧਰ ਵੀ ਪ੍ਰਮਾਤਮਾ, ਲੋਕੀ ਆਂਦੇ ਸੀ ਤੇ ਕੁਰਾਈਆ ਹੋ ਗਿਆ, ਇਹਨੂੰ ਤੇ ਸਾਰੇ ਪਾਸੇ ਪਤਾ ਨਹੀਂ ਕੀ ਵਿਖਦਾ ਪਿਆ। ਪਿਛਲੇ ਦਿਨੀ ਵਿਚਾਰ ਸ਼ਾਮਾਂ ਦੇ ਦੀਵਾਨਾਂ ਸਾਂਝੀ ਕੀਤੀ ਸੀ। ਜਿਉਂ-ਜਿਉਂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਆਪਣੇ ਦਿਲ ਦੇ ਜਜ਼ਬਾਤ ਪ੍ਰਗਟ ਕਰਦੇ ਨੇ, ਬੇਈ ਵਿੱਚੋਂ ਸਤਿਗੁਰੂ ਬਾਹਰ ਨਿਕਲੇ ਨੇ। ਲੋਕੀ ਕਹਿੰਦੇ ਨੇ ਪਤਾ ਨਹੀਂ ਕਿੱਥੇ ਗਿਆ ਸੀ, ਇਹਨੂੰ ਤੇ ਭੂਤ ਚਿੰਬੜ ਗਿਆ, ਇਹਨੂੰ ਤੇ ਭੂਤ ਚਿੰਬੜ ਗਿਆ। ਜਿੱਥੇ ਸਤਿਗੁਰਾਂ ਨੇ ਬਚਨ ਉਚਾਰਿਆ, ਕੋ ਆਖੈ ਭੂਤ ਨਾ ਕੋ ਕਹਿ ਬਤਾਲਾ, ਕੋ ਆਖੈ ਆਦਮੀ ਨਾਨਕ ਵਿਚਾਰਾ। ਕਹਿਣ ਲੱਗੇ ਹਉ ਭਇਆ ਦੀਵਾਨਾ ਸਾਹ ਕਾ, ਮੈਂ ਕਹਿੰਦਾ ਮੈਂ ਸੱਚਮੁੱਚ ਪਾਗਲ ਹਾਂ। ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿਣ ਲੱਗੇ ਮੈਂ ਪਾਗਲ ਹਾਂ। ਕਿਉਂ? ਭਇਆ ਦੀਵਾਨਾ ਸਾਹ ਕਾ, ਨਾਨਕ ਬਹੁਰਾਨਾ ਹਉ ਹਰ ਬਿਨ ਅਵਰ ਨਾ ਜਾਨਾ। ਕਹਿਣ ਲੱਗੇ ਮੈਂ ਤਾਂ ਪਾਗਲਾ, ਮੈਂ ਪਰਮੇਸ਼ਰ ਤੋਂ ਬਿਨਾਂ ਕਿਸੇ ਨੂੰ ਵੇਖਦਾ ਹੀ ਨਹੀਂ। ਮੈਨੂੰ ਜਿਹਨੂੰ ਤੁਸੀਂ ਡੂਮ ਆਖਦੇ ਹੋ ਉਹ ਚੋਂ ਵੀ ਪਰਮੇਸ਼ਰ ਦਿਖਦਾ ਹੈ, ਜਿਹੜੇ ਦੌਲਤ ਖਾਨ ਨੂੰ ਤੁਸੀਂ ਉੱਚਾ ਆਖਦੇ ਹੋ ਮੈਨੂੰ ਤੇ ਉਹਦੇ ਵਿੱਚੋਂ ਵੀ ਪਰਮਾਤਮਾ ਵਿਖਦਾ। ਮੈਂ ਤਾਂ ਪਾਗਲਾ ਹਾਂ। ਭਇਆ ਦੀਵਾਨਾ ਸ਼ਾਹ ਕਾ, ਨਾਨਕ ਬਹੁਰਾਨਾ ਹਾਂ ਹਰ ਬਿਨ ਅਵਰ ਨਾ ਜਾਨਾ। ਮੈਂ ਪਰਮੇਸ਼ਰ ਵਾਹਿਗੁਰੂ ਤੋਂ ਕਿਸੇ ਨੂੰ ਜਾਣਿਆ ਨਹੀਂ, ਉਸ ਤੋਂ ਬਿਨਾ ਮੈਂ ਕਿਸੇ ਨੂੰ ਵੇਖਦਾ ਹੀ ਨਹੀਂ। ਕਿਉਂ ਨਹੀਂ ਵੇਖਦਾ? ਕਿਉਂਕਿ ਮੈਨੂੰ ਵਿਖਦਾ ਹੀ ਨਹੀਂ, ਇਸ ਕਰਕੇ ਨਹੀਂ ਮੈਂ ਵੇਖਦਾ। ਉਹ ਪਰਮਾਤਮਾ ਕੌੜਾ ਕਿਉਂ ਨਹੀਂ ਬੋਲਦਾ? ਤਾਂ ਨਹੀਂ ਬੋਲਦਾ ਉਸ ਨੂੰ ਬੋਲਣਾ ਹੀ ਨਹੀਂ ਆਉਂਦਾ। ਕੌੜਾ ਬੋਲਣਾ ਜਾਣਾ ਪੂਰਨ ਭਗਵਾਨ ਹੈ, ਔਗਣ ਕੋ ਨਾ ਚਿਤਾਰ ਹੈ। ਉਹ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਰੀ ਦੁਨੀਆ 'ਚ ਰੱਬ ਤੋਂ ਪਰਮਾਤਮਾ ਗੌੜ ਤੋਂ ਬਿਨਾਂ ਕਿਸੇ ਨੂੰ ਕਿਉਂ ਨਹੀਂ ਸੀ ਵੇਖਦੇ? ਕਿਉਂ? ਕਿਉਂਕਿ ਉਹਨਾਂ ਨੂੰ ਹੋਰ ਕੁਝ ਦਿਖਦਾ ਹੀ ਨਹੀਂ ਸੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਾਤ ਨੂੰ ਤੇ ਲੋਕੀ ਪਾਗਲ ਕਹਿਣ ਲੱਗ ਪਏ ਵੀ ਇਹ ਤੇ ਪਾਗਲ ਹੈ, ਬੌਰਾ, ਇਹਨੂੰ ਤੇ ਭੂਤ ਚੰਬੜ ਗਿਆ, ਇਹਨੂੰ ਸਾਰੇ ਪਾਸੇ ਇੱਕੋ ਇੱਕੋ ਦਿਖੀ ਜਾਂਦਾ, ਪਤਾ ਨਹੀਂ ਕਿਹਦੀਆਂ ਬਾਤਾਂ ਕਰੀ ਜਾਂਦਾ। ਅਸਲ ਵਿੱਚ ਅੱਜ ਜਿਹਦੇ ਇਤਿਹਾਸ ਦੇ ਸੋਹੇਲੇ ਗਾਉਨੇ ਪਿਆ ਨਾ, ਉਹਦਾ ਇਤਿਹਾਸ ਉਸ ਸਮੇਂ ਰੋੜੇ ਤੇ ਮਿੱਟੀ ਪਵਾ ਕੇ ਬਣਿਆ, ਉਹਦਾ ਇਤਿਹਾਸ ਉਸ ਸਮੇਂ ਭੁੱਖੇ ਰਹਿ ਕੇ ਬਣਿਆ। ਭਾਈ ਗੁਰਦਾਸ ਜੀ ਨੇ ਵਾਰਾਂ ਦਰਜ ਕੀਤੀਆਂ ਨੇ, ਕਹਿਣ ਲੱਗੇ ਰੇਤ ਅੱਕ ਆਹਾਰ ਕਰ ਰੋੜਾਂ ਦੀ ਗੁਰ। ਕਹਿਣ ਲੱਗੇ ਉਸ ਨੇ ਰੋੜਾਂ ਦੀ ਵਿਛਾਈ ਕੀਤੀ, ਜਿਹੜੇ ਜਿਹਦੇ ਸਿਰ ਤੇ ਅੱਜ ਅਸੀਂ ਜਾਂ ਗੁਰੂ ਕੇ ਸਿੱਖ ਸੁਣਨ ਵਾਲੇ ਤੇ ਪ੍ਰਚਾਰਕ ਸੁਣਾਉਣ ਵਾਲੇ ਜਿਹਦੇ ਸਿਰ ਤੇ ਚੋਪੜੀਆਂ ਖਾਂਦੇ ਪਏ ਨੇ, ਭਾਈ ਸਾਹਿਬ ਜੀ ਕਹਿਣ ਲੱਗੇ ਉਹ ਤੇ ਰੇਤ ਅੱਕ ਆਹਾਰ ਕਰ, ਜਿਹਦੇ ਸਿਰ ਤੇ ਅੱਜ ਗੱਦਿਆਂ ਤੇ ਸੋਨੇ ਪਿਓ ਤੇ ਰੋੜਾਂ ਦੀ ਗੁਰ ਕਰੀ ਵਿਛਾਈ। ਇਹਦਾ ਇਤਿਹਾਸ ਸੋਹੇਲੇ ਅੱਜ ਤਾਂ ਬਣੇ, ਉਹਦੇ ਸੋਹੇਲੇ ਅੱਜ ਤਾਂ ਬਣਦੇ ਪਏ ਨੇ ਪਿਆਰ ਵਾਲਿਆ, ਜੋ ਉਸਨੇ ਚਾਂਦਨੀ ਚੌਂਕ ਵਿੱਚ ਆਪਣਾ ਸੀਸ ਲਹਾ ਦਿੱਤਾ ਸੀ। ਅੱਜ ਤੂੰ ਉਸ ਦੀ ਗੱਲ ਤੇ ਮਾਣ ਹੀ ਕੋਈ ਨਹੀਂ ਕਰਦਾ, ਤੈਨੂੰ ਉਸ ਲਾਲ ਕਿਲੇ ਤੇ ਝੂਲਦਾ ਤਿਰੰਗਾ ਵਿਖਦਾ ਹੈ,
ਕਦੇ ਆਪਣੀ ਨਜ਼ਰ ਨੂੰ ਭੁਮਾ ਪਛਾ ਕੇ ਵੇਖੀ, ਤੈਨੂੰ ਉਸ ਸੀਸ ਗੰਜ ਤੇ ਝੁਲਦਾ ਕੇਸਰੀ ਨਿਸ਼ਾਨ ਨਜ਼ਰੀ ਆਏਗਾ। ਇੱਕ ਗੱਲ ਚੇਤੇ ਰੱਖੀ, ਤਿਰੰਗੇ ਦੇ 3 ਰੰਗਾਂ ਵਿੱਚੋਂ ਇੱਕ ਰੰਗ ਕੇਸਰੀ ਹੈ, ਤੇ ਤਿਰੰਗਾ ਤਾਂ ਤਿਰੰਗਾ ਹੈ ਜੇ ਇਧਰ ਸੀਸ ਗੰਜ ਦੇ ਉੱਪਰ ਕੇਸਰੀ ਨਿਸ਼ਾਨ ਝੁਲਦਾ ਹੈ। ਤੇਰੇ ਲਾਲ ਕਿਲੇ ਤੇ ਤਿਰੰਗਾ ਵੀ ਨਾ ਹੁੰਦਾ ਜੇ ਸੀਸ ਗੰਜ ਤੇ ਕੇਸਰੀ ਨਿਸ਼ਾਨ ਨਾ ਹੁੰਦਾ। ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਾਤ ਹੈ, ਜਿਨ੍ਹਾਂ ਵਾਸਤੇ ਅੱਜ ਗੁਰੂ ਨੇ ਸੀਸ ਦਿੱਤਾ, ਜਿਨ੍ਹਾਂ ਵਾਸਤੇ ਗੁਰੂ ਨੇ ਆਪਣੀ ਕੁਰਬਾਨੀ ਦਿੱਤੀ। ਅੱਜ ਉਹੀਓ ਸਿੱਖਾਂ ਦੀਆਂ ਸਭ ਤੋਂ ਵੱਡੀਆਂ ਵਿਰੋਧੀ ਤਾਕਤਾਂ ਬਣੀਆਂ ਬੈਠੀਆਂ ਨੇ। ਅੱਜ ਉਹੀਓ ਸਿੱਖਾਂ ਨੂੰ ਮਿਟਾਉਣ ਦੀਆਂ ਗੱਲਾਂ ਕਰਦੇ ਨੇ। ਉਹ ਘੰਟੀਆਂ ਖੜਕਾ ਕੇ ਬਾਤਾਂ ਕਰਨ ਵਾਲਿਆਂ, ਘੰਟੀਆਂ ਤਾਂ ਖੜਕਦੀਆਂ ਨੇ ਜੇ ਉਧਰ ਤੇਗਾਂ ਨਾਲ ਤੇਗਾਂ ਖੜਕੀਆਂ। ਇੱਥੇ ਤੇਰੀਆਂ ਆਰਤੀਆਂ ਤਾਂ ਹੁੰਦੀਆਂ ਨੇ ਜੇ ਤੇਰੇ ਆਰਤੀ ਕਰਨ ਵਾਲੇ ਦੀਵਿਆਂ ਵਿੱਚ ਗੁਰੂ ਤੇਗ ਬਹਾਦਰ ਨੇ ਮਹਾਰਾਜ ਨੇ ਘਿਓ ਤੇ ਤੇਲ ਦੀ ਜਗ੍ਹਾ ਆਪਣਾ ਖੂਨ ਪਾ ਦਿੱਤਾ। ਅੱਜ ਤੇਰੇ ਘਰ ਦੇ ਦੀਵੇ ਤਾਂ ਜਗਦੇ ਪਏ ਨੇ। ਸੱਚ ਜਾਣੀ, ਇਹ ਦੀਵੇ ਅੱਜ ਤੱਕ ਬੁਝ ਜਾਣੇ ਸੀ, ਇਹ ਨਾ ਤੇ ਬੁਝਣ ਦਿੱਤੇ ਤੇ ਨਾ ਬੁਝਣਗੇ। ਕਿਉਂ? ਇਹਨਾਂ ਵਿੱਚ ਤੇਲ ਦੀ ਥਾਵੇਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਖੂਨ ਜਲਦਾ ਪਿਆ। ਉਹਨਾਂ ਨੇ ਦਿੱਤੀ ਕੁਰਬਾਨੀ। ਜਿਨ੍ਹਾਂ ਪਿੱਛੇ ਅੱਜ ਕੁਰਬਾਨੀ ਦਿੱਤੀ ਉਹ ਅੱਜ ਇਸ ਕੁਰਬਾਨੀ ਨੂੰ ਭੁੱਲ ਗਏ ਨੇ। ਗਿਆਨੀ ਜੀ ਇੱਕ ਬਾਤ ਸੁਣਾਇਆ ਕਰਦੇ, ਕਹਿਣ ਲੱਗੇ ਇੱਕ ਜਗ੍ਹਾ ਤੇ ਨਾ ਝੀਲ ਦੇ ਉੱਪਰ ਕਿਸੇ ਦਾ ਬੱਚਾ ਡੁੱਬ ਗਿਆ, ਨਿੱਕਾ ਜਿਹਾ ਨਿਆਣਾ ਬੱਚਾ ਡੁੱਬਿਆ, ਤੇ ਕੋਈ ਅੰਗਰੇਜ਼ ਘੁੰਮਣ ਆਇਆ ਬਾਹਰੋਂ, ਇੱਥੇ ਇੰਡੀਆ ਦੀ ਬਾਤ ਉਹਨਾਂ ਨੇ ਸੁਣਾਈ। ਕਹਿਣ ਲੱਗੇ ਉਹਦੇ ਗਲ ਵਿੱਚ ਕੈਮਰਾ, ਤਰ੍ਹਾਂ ਤਰ੍ਹਾਂ ਦੀਆਂ ਫੋਟੋਆਂ ਲੈਂਦਾ, ਕਦੇ ਇਧਰੋਂ ਲੈਂਦਾ ਕਦੇ ਇਧਰੋਂ ਲੈਂਦਾ, ਜਿਹੜਾ ਉਸਨੂੰ ਸੀਨ ਚੰਗਾ ਲੱਗਦਾ ਉਹ ਫੋਟੋਆਂ ਖਿੱਚੀ ਜਾਂਦਾ। ਤੇ ਉਸਨੇ ਕੈਮਰੇ ਨੂੰ ਅੱਖ ਲਾਈ ਤੇ ਵੇਖਿਆ ਜਦੋਂ ਫੋਟੋ ਖਿੱਚਣ ਲੱਗਿਆ ਝੀਲ ਦੀ, ਉਸਨੂੰ ਨਜ਼ਰੀ ਪਿਆ ਵੀ ਬੱਚਾ ਡੁੱਬੀ ਜਾਂਦਾ। ਕਹਿਣ ਲੱਗੇ ਉਸਨੇ ਨਾ ਤੇ ਕੈਮਰੇ ਦੀ ਪਰਵਾਹ ਕੀਤੀ, ਨਾ ਆਪਣੇ ਤਨ ਉੱਪਰ ਪਾਏ ਕੱਪੜੇ ਤੇ ਨਾ ਕੱਪੜਿਆਂ ਦੇ ਬੋਝਿਆਂ 'ਚ ਪਾਏ ਪੈਸਿਆਂ ਦੀ ਪਰਵਾਹ ਕੀਤੀ। ਕਿਉਂ? ਕਿਉਂਕਿ ਜਿੰਨੀ ਦੇਰ ਨੂੰ ਮੈਂ ਕੈਮਰਾ ਗਲੋਂ ਲਾਵਾਂਗਾ, ਆਪਣੇ ਸਰੀਰ ਤੋਂ ਕੱਪੜੇ ਲਾਵਾਂਗਾ, ਉਨੀ ਦੇਰ ਨੂੰ ਬੱਚੇ ਨੇ ਡੁੱਬ ਜਾਣਾ। ਕਹਿਣ ਲੱਗੇ ਉਹ ਅੰਗਰੇਜ਼ ਇੱਕੋ ਦਮ ਜਿਹੜੀ ਹਾਲਾਤ ਵਿੱਚ ਖੜਾ ਸੀ, ਉਹਨੇ ਕੈਮਰਾ ਵੀ ਗਲ ਪਾਇਆ, ਕੱਪੜੇ ਵੀ ਪਾਏ, ਸਾਰਾ ਕੁਝ ਪਾਏ ਸਣਿਓ ਪਾਣੀ ਵਿੱਚ ਕੁੱਦ ਗਿਆ। ਮੁੱਕਦੀ ਗੱਲ, ਉਸ ਨੇ ਪਾਣੀ ਵਿੱਚ ਕੁੱਦਿਆ, ਤੈਰਿਆ ਤੇ ਬੱਚੇ ਨੂੰ ਬਚਾ ਲਿਆ। ਦੂਸਰੇ ਪਾਸਿਓਂ ਕਹਿਣ ਲੱਗੇ ਦੌੜਦਾ ਹੋਇਆ ਬੱਚੇ ਦਾ ਪਿਓ ਆਇਆ, ਹੱਕਿਆ ਬੱਕਿਆ ਸਾਹੋਂ ਸਾਈ ਅੱਖਾਂ 'ਚੋਂ ਰੋਂਦਾ ਹੋਇਆ ਉਸ ਅੰਗਰੇਜ਼ ਦੇ ਪੁੱਤਰ, ਅੰਗਰੇਜ਼ ਦੀ ਗੋਦ ਵਿੱਚੋਂ ਆਪਣੇ ਪੁੱਤਰ ਨੂੰ ਖੋਹਿਆ, ਉਸ ਨੂੰ ਚੁੰਮਣ ਲੱਗਿਆ, ਗਲ ਨਾਲ ਲਾਇਆ ਤੇ ਆਪਣੇ ਪੁੱਤਰ ਨੂੰ ਲੈ ਕੇ ਤੁਰ ਗਿਆ। ਅੰਗਰੇਜ਼ ਇਕੱਲਾ ਖੜਾ ਹੀ ਵੇਖਦਾ ਹੀ ਰਹਿ ਗਿਆ ਵੀ ਆਹ ਕੀ ਹੋਇਆ, ਤੇ ਮੈਂ ਤੇ ਆਪਣਾ ਕੈਮਰਾ ਵੀ ਖਰਾਬ ਕਰ ਲਿਆ, ਮੇਰੀ ਜੇਬ 'ਚ ਜਿੰਨੇ ਪੈਸੇ ਸੀ ਉਹ ਵੀ ਸਾਰੇ ਪਾਣੀ ਨਾਲ ਭਿੱਜ ਗਏ ਨੇ। ਇਸ ਬੰਦੇ ਨੇ ਸ਼ੁਕਰ ਦਾ ਇੱਕ ਸ਼ਬਦ ਨਹੀਂ ਆਖਿਆ, ਇਸ ਨੇ ਕੋਈ ਸ਼ੁਕਰ ਦੀ ਮੈਨੂੰ ਬਾਤ ਹੀ ਨਹੀਂ ਆਖੀ। ਕਹਿਣ ਲੱਗੇ ਇੱਕ ਨਾ ਗੁਰੂ ਕੇ ਪਿਆਰ ਵਾਲਾ ਸਿੱਖ ਧਰਮ ਦਾ ਵਿਦਵਾਨ ਉਸ ਜਗ੍ਹਾ ਉੱਪਰ ਸਾਰੀ ਘਟਨਾ ਨੂੰ ਵੇਖ ਰਿਹਾ ਸੀ। ਉਹਦੇ ਕੋਲ ਆਇਆ, ਕਹਿਣ ਲੱਗਾ ਵੀ ਤੂੰ ਇੰਨਾ ਦੁਖੀ ਕਿਉਂ ਹੈ ਭਰਾ? ਕਹਿਣ ਲੱਗਾ ਵੀ ਦੁਖੀ ਮੈਂ ਇਸ ਗੱਲੋਂ ਆ। ਕਹਿਣ ਲੱਗਾ ਤਾਂ ਦੁਖੀ ਆ ਵੀ ਤੇਰਾ ਕੈਮਰਾ ਖਰਾਬ ਹੋ ਗਿਆ? ਕਹਿਣ ਲੱਗਾ ਨਹੀਂ। ਤਾਂ ਦੁਖੀ ਆ ਵੀ ਤੇਰੇ ਪੈਸੇ ਭਿੱਜ ਗਏ? ਕਹਿਣ ਲੱਗਾ ਨਹੀਂ। ਤਾਂ ਦੁਖੀ ਆ ਵੀ ਤੇਰੇ ਸਰੀਰ ਤੇ ਪਾਏ ਕੱਪੜੇ ਪਾਣੀ ਨਾਲ ਭਿੱਜ ਗਏ? ਕਹਿਣ ਲੱਗਾ ਨਹੀਂ। ਕਹਿਣ ਲੱਗਾ ਫਿਰ ਦੁਖੀ ਕਿਸ ਗੱਲੋਂ ਹੈ? ਕਹਿਣ ਲੱਗਾ ਕੈਮਰਾ ਵੀ ਨਵਾਂ ਆ ਜਾਏਗਾ, ਪੈਸੇ ਹੋਰ ਕਮਾ ਲਾਂਗਾ, ਕੱਪੜੇ ਸੁੱਕ ਜਾਣਗੇ। ਮੈਨੂੰ ਇਸ ਗੱਲ ਦੀ ਹੈਰਾਨੀ ਹੈ, ਮੈਂ ਆਪਣਾ ਸਾਰਾ ਕੁਝ ਦਾਅ ਤੇ ਲਾ ਕੇ, ਆਪਣੀ ਜਾਨ ਦਾਅ ਤੇ ਲਾ ਕੇ ਮੈਂ ਇਹਦੇ ਬੱਚੇ ਨੂੰ ਬਚਾਇਆ, ਇਹ ਮੈਨੂੰ ਜਾਂਦਾ ਹੋਇਆ ਥੈਂਕ ਯੂ ਵੀ ਨਹੀਂ ਕਹਿ ਕੇ ਗਿਆ, ਇਹ ਮੈਨੂੰ ਜਾਂਦਾ ਹੋਇਆ ਧੰਨਵਾਦ ਵੀ ਨਹੀਂ ਕਹਿ ਕੇ ਗਿਆ। ਉਹ ਗੁਰਸਿੱਖ ਦੀਆਂ ਅੱਖਾਂ ਵਿੱਚ ਨਾ ਨੀਰ ਆ ਗਿਆ, ਉਹ ਗੁਰਸਿੱਖ ਰੋਣ ਲੱਗ ਪਿਆ। ਅੰਗਰੇਜ਼ ਨੇ ਆਪਣੀ ਜ਼ੁਬਾਨ, ਆਪਣੀ ਭਾਸ਼ਾ 'ਚ ਪੁੱਛਿਆ, ਕਹਿਣ ਲੱਗਾ ਤੂੰ ਕਿਉਂ ਰੋਂਦਾ ਪਿਆ? ਘਟਨਾ ਤੇ ਮੇਰੇ ਨਾਲ ਵਾਪਰੀਏ, ਤੂੰ ਕਿਉਂ ਰੋਂਦਾ ਪਿਆ? ਉਹ ਕਹਿਣ ਲੱਗਾ ਤੇਰਾ ਇਹਨਾਂ ਲੋਕਾਂ ਨੇ ਧੰਨਵਾਦ ਨਹੀਂ ਕੀਤਾ, ਮੈਨੂੰ ਆਪਣੀ ਕਹਾਣੀ ਯਾਦ ਆ ਗਈ, ਮੈਨੂੰ ਆਪਣਾ ਇਤਿਹਾਸ ਯਾਦ ਆ ਗਿਆ। ਉਹ ਇਹਨਾਂ ਤੇ ਉਹ ਧੰਨਵਾਦ ਦੇ ਬੋਲਾਂ ਦੀ ਕੀ ਉਡੀਕ ਰੱਖਦਾ ਹੈ? ਇਹਨਾਂ ਲੋਕਾਂ ਨੇ ਤੇ ਉਹਦਾ ਧੰਨਵਾਦ ਨਹੀਂ ਕੀਤਾ ਜਿਨ੍ਹਾਂ ਨੇ ਇਹਨਾਂ ਦੀ ਖਾਤਰ ਚਾਂਦਨੀ ਚੌਂਕ 'ਚ ਆਪਣਾ ਸੀਸ ਲਹਾ ਦਿੱਤਾ। ਤੇਰਾ ਕੀ ਧੰਨਵਾਦ ਕਰਨਗੇ? ਛੱਡ ਪਰਾਂ। ਕਹਿਣ ਲੱਗਿਆ ਸੀ ਆਪਣੇ ਗੁਰੂ ਦੀ ਪ੍ਰਥਾ ਹੈ, ਹਰ ਸਾਲ ਸ਼ਹੀਦੀ ਦਿਹਾੜਾ ਮਨਾਉਂਦੇ ਆ। ਅਸਲ ਵਿੱਚ ਇਹ ਸ਼ਹੀਦੀ ਦਿਹਾੜਾ ਜਿੰਨੇ ਜੋਸ਼ ਤੇ ਉਲਾਸ, ਜਿੰਨੀ ਸ਼ਰਧਾ ਤੇ ਵਿਸ਼ਵਾਸ ਤੇ ਅਕੀਦੇ ਨਾਲ ਗੁਰੂ ਘਰਾਂ 'ਚ ਮਨਾਇਆ ਜਾਂਦਾ ਹੈ, ਮੇਰਾ ਖਿਆਲ ਹੈ ਮੰਦਿਰਾਂ 'ਚ ਵੀ ਮਨਾਇਆ ਜਾਣਾ ਚਾਹੀਦਾ ਸੀ। ਕਿਉਂ? ਕਿਰਪਾ ਰਾਮ ਆਇਆ ਸੀ ਚੱਲ ਕੇ, ਕਿਸੇ ਹੋਰ ਨੇ ਨਹੀਂ ਸੀ ਬੇਨਤੀ ਕੀਤੀ। ਕਿਰਪਾ ਰਾਮ ਨੂੰ ਆਖਿਆ ਵੀ ਇੱਕੋ ਹੀ ਹੈ ਜਿਹੜਾ ਤੇਰੀ ਜਾਨ ਨੂੰ ਫਿਰ ਬਚਾ ਸਕਦਾ, ਤੇਰੇ ਧਰਮ ਨੂੰ। ਕਹਿਣ ਲੱਗਾ ਵੀ ਸੱਜਣਾ, ਦਿਲ ਤੇ ਮੇਰਾ ਵੀ ਕਰਦਾ ਮੈਂ ਬੇਨਤੀ ਕਰਾਂ, ਪਰ ਉਹ ਮੇਰੀ ਬੇਨਤੀ ਨੂੰ ਸੁਣੇਗਾ?
ਉਹ ਮੇਰੀ ਬੇਨਤੀ ਨੂੰ ਮੰਨ ਲਏਗਾ? ਕਹਿਣ ਵਾਲਾ ਕਹਿਣ ਲੱਗਾ ਵੀ ਤੂੰ ਇਹ ਗੱਲ ਕਿਉਂ ਕਹਿੰਦਾ ਪਿਆ? ਕਹਿੰਦਾ ਮੈਂ ਤਾਂ ਗੱਲ ਕਹਿਣਾ, ਮੁਸਲਮਾਨਾਂ ਦਾ ਗੁਰੂ ਹੋਵੇ, ਪੀਰ ਹੋਵੇ, ਮੁਸਲਮਾਨ ਦੀ ਬਾਤ ਮੰਨੇਗਾ, ਹਿੰਦੂਆਂ ਦਾ ਗੁਰੂ ਹੋਵੇ, ਹਿੰਦੂਆਂ ਦੀ ਬਾਤ ਮੰਨੇਗਾ। ਕਹਿਣ ਲੱਗਾ ਉਹ ਤੇ ਸਿੱਖਾਂ ਦਾ ਗੁਰੂ ਹੈ, ਮੇਰੀ ਕੀ ਬਾਤ ਮੰਨੇਗਾ? ਜਵਾਬ ਦੇਣ ਵਾਲਾ ਸਿੱਖ ਸੀ। ਉਹ ਕਹਿਣ ਲੱਗਾ ਪਿਆਰ ਵਾਲਿਆ, ਉਹ ਨਾ ਤੇ ਮੁਸਲਮਾਨਾਂ ਦਾ ਗੁਰੂ ਹੈ, ਉਹ ਨਾ ਹਿੰਦੂਆਂ ਦਾ ਗੁਰੂ ਹੈ, ਉਹ ਨਾ ਸਿੱਖਾਂ ਦਾ ਗੁਰੂ ਹੈ, ਉਹ ਸਾਰੇ ਸੰਸਾਰ, ਸਾਰੀ ਮਨੁੱਖਤਾ ਦਾ ਗੁਰੂ ਹੈ। ਤੂੰ ਉਹਦੇ ਚਰਨਾਂ 'ਚ ਬੇਨਤੀ ਕਰ, ਮੇਰਾ ਵਿਸ਼ਵਾਸ, ਮੇਰਾ ਭਰੋਸਾ ਹੈ ਗੁਰੂ ਤੇ, ਉਹ ਤੇਰੀ ਇਸ ਕੀਤੀ ਹੋਈ ਪ੍ਰਾਰਥਨਾ ਦਾ ਕੋਈ ਨਾ ਕੋਈ ਹੱਲ ਜ਼ਰੂਰ ਕੱਢ ਦੇਗਾ। ਫਿਰ ਕਿਰਪਾ ਰਾਮ ਨੇ ਬੇਨਤੀ ਕੀਤੀ, ਜਿਨ੍ਹਾਂ ਦੀ ਯਾਦ ਵਿੱਚ ਆਪਾਂ ਜੁੜ ਕੇ ਬਹਿਨੇ ਆ, ਜਿਨ੍ਹਾਂ ਦੀ ਯਾਦ ਵਿੱਚ ਪਿਛਲੇ ਦਿਨਾਂ ਤੋਂ ਇਸ ਪਾਵਨ ਸਥਾਨ ਤੇ ਸ਼ਹੀਦੀ ਸਮਾਗਮ ਚੱਲ ਰਹੇ ਨੇ। ਕਹਿਣ ਲੱਗੇ ਫਿਰ ਉਸ ਨੇ ਸ਼ਹੀਦੀ ਦੇਣ ਦਾ ਨਿਰਣਾ ਕਰ ਲਿਆ। ਰਹੋ ਵਿਚਾਰ, ਮੈਂ ਬੇਨਤੀ ਕਰ ਰਿਹਾ ਸਾਂ। ਅੱਜ ਵੇਖੋ ਇੱਕ ਦਿੱਲੀ ਵਿੱਚ ਰੋਡ ਹੈ ਜਿਹਦਾ ਨਾਮ ਹੈ ਔਰੰਗਜ਼ੇਬ ਰੋਡ। ਉਸ ਦੁਸ਼ਟ ਦੇ ਨਾਮ ਤੇ ਰੋਡ ਹੈ, ਉਸ ਦੁਸ਼ਟ ਦੇ ਨਾਮ ਤੇ ਔਰੰਗਜ਼ੇਬ ਨਾਮ ਦਾ ਰੋਡ ਹੈ। ਪਰ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਆਪਣੀ ਸ਼ਹੀਦੀ ਦਿੱਤੀ, ਉਹਨਾਂ ਦੇ ਨਾਮ ਤੇ ਕੋਈ ਰੋਡ ਹੀ ਹੈ ਨਹੀਂ। ਅਸਲ ਵਿੱਚ ਉਸ ਔਰੰਗਜ਼ੇਬ ਰੋਡ ਦਾ ਨਾਮ ਔਰੰਗਜ਼ੇਬ ਰੋਡ ਨਹੀਂ, ਉਸ ਰੋਡ ਦਾ ਨਾਮ ਹੋਣਾ ਚਾਹੀਦਾ ਗੁਰੂ ਤੇਗ ਬਹਾਦਰ ਰੋਡ। ਕਿਉਂ? ਕਿਉਂਕਿ ਇਹਦੀਆਂ ਸੜਕਾਂ, ਇਹਦੀਆਂ ਗਲੀਆਂ ਵੀ ਅੱਜ ਤਾਂ ਚੱਲਦੀਆਂ ਪਈਆਂ ਨੇ ਪਿਆਰ ਵਾਲਿਆ। ਇਹਨਾਂ ਸੜਕਾਂ, ਇਹਨਾਂ ਗਲੀਆਂ ਦੇ ਇੱਕ ਚੌਂਕ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਆਪਣੀ ਲਾਸਾਨੀ ਸ਼ਹਾਦਤ ਦਿੱਤੀ ਹੈ। ਭੁੱਲ ਨਾ ਜਾਈ ਉਹਨਾਂ ਗੱਲਾਂ ਨੂੰ, ਭੁੱਲ ਨਾ ਜਾਈ ਉਹ ਵੇਲੇ ਦੇ ਇਤਿਹਾਸ ਨੂੰ, ਭੁੱਲ ਨਾ ਜਾਈ ਉਹਨਾਂ ਬਾਤਾਂ ਨੂੰ। ਆਪਣੇ ਦੀਵਿਆਂ ਵੱਲ ਝਾਤ ਮਾਰੀ, ਉਹਨਾਂ ਵਿੱਚ ਜੇ ਤੂੰ ਭਾਵਨਾ ਦੇ ਨੇਤਰ ਪਾਏਂਗਾ, ਉਹਨਾਂ ਵਿੱਚ ਤੈਨੂੰ ਬਲਦਾ ਘਿਓ ਜਾਂ ਤੇਲ ਨਹੀਂ, ਉਹਨਾਂ ਵਿੱਚ ਤੈਨੂੰ ਬਲਦਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਖੂਨ ਨਜ਼ਰ ਆਏਗਾ। ਕਿਉਂ? ਕਿਉਂਕਿ ਉਹਨੇ ਆਪਣਾ ਖੂਨ ਪਾਇਆ, ਉਹਨੇ ਤੇਰੇ ਫੜਫੜਾਉਂਦੇ ਦੀਵੇ 'ਚ ਐਸਾ ਤੇਲ ਪਾਇਆ, ਤੂੰ ਤੇ ਵੱਧ ਗਿਆ। ਪਰ ਅੱਜ ਤੂੰ ਸਿੱਖਾਂ ਦੀਆਂ ਜੜਾਂ ਕੱਟਣ ਲੱਗ ਪਿਆ, ਅੱਜ ਤੂੰ ਸਿੱਖਾਂ ਦੇ ਇਤਿਹਾਸਾਂ 'ਚ ਮਿਲਾਵਟ ਕਰਨ ਲੱਗ ਪਿਆ, ਅੱਜ ਤੂੰ ਸਿੱਖਾਂ ਦੇ ਹਰੇਕ ਗੱਲ 'ਚ ਦਖਲ ਅੰਦਾਜ਼ੀ ਕਰਨ ਲੱਗ ਪਿਆ। ਅੱਜ ਤੂੰ ਆਪਣੇ ਆਪ ਨੂੰ ਸਿੱਖ ਸੰਗਤ ਕਹਿ ਕੇ ਤੂੰ ਸਿੱਖਾਂ ਤੋਂ ਵੱਖਰੀਆਂ ਚਾਲਾਂ ਚੱਲਣ ਲੱਗ ਪਿਆ। ਉਹ ਪਿਆਰ ਵਾਲਿਆ ਸੱਚ ਜਾਣੀ। ਕੋਈ ਕਹਿੰਦਾ, ਇੱਕ ਪਿਆਰ ਵਾਲਾ, ਮੈਂ ਵਿਚਾਰ ਦੀ ਸਮਾਪਤੀ ਤੇ ਆਵਾਂ, ਉਹ ਕਹਿਣ ਲੱਗਾ ਅਸੀਂ ਇਹ ਜਿਹੜੇ ਸਿੱਖ ਨੇ ਇਹਨਾਂ ਨੂੰ ਇੱਥੋਂ ਖਤਮ ਕਰ ਦਿਆਂਗੇ। ਅਸੀਂ ਦੇਖੋ ਸਾਡੇ ਹਿੰਦੁਸਤਾਨ 'ਚ ਕਹਿੰਦੇ ਬੁੱਧ ਧਰਮ ਪੈਦਾ ਹੋਇਆ, ਅਸੀਂ ਬੁੱਧਾਂ ਨੂੰ ਖਤਮ ਕਰ ਦਿੱਤਾ। ਸਾਹਮਣੇ ਵਾਲਾ ਗੁਰਸਿੱਖ ਕਹਿਣ ਲੱਗਾ ਤੂੰ ਬੁੱਧਾਂ ਨੂੰ ਖਤਮ ਕਰ ਦਿੱਤਾ, ਅੱਜ ਇਸ ਹਿੰਦੁਸਤਾਨ ਵਿੱਚ ਬੁੱਧ ਨਹੀਂ, ਕਿਉਂਕਿ ਬੁੱਧਾਂ ਕੋਲੇ ਸਿਰਫ ਵਿਚਾਰ ਸੀ। ਇਸ ਧਰਮ ਨੂੰ ਤੂੰ ਖਤਮ ਨਹੀਂ ਕਰ ਸਕਦਾ। ਕਿਉਂ? ਇਹਨਾਂ ਕੋਲੇ ਗੁਰੂ ਨਾਨਕ ਦਾ ਵਿਚਾਰ, ਇਹਨਾਂ ਨੂੰ ਤੂੰ ਖਤਮ ਨਹੀਂ ਕਰ ਸਕਦਾ। ਕਿਉਂ? ਇਹਨਾਂ ਕੋਲੇ ਗੁਰੂ ਗੋਬਿੰਦ ਸਿੰਘ ਦੀ ਤਲਵਾਰ ਵੀ ਹੈ, ਇਹਨਾਂ ਨੂੰ ਤੂੰ ਖਤਮ ਨਹੀਂ ਕਰ ਸਕਦਾ। ਬੁੱਧੇ ਕੋਲੇ ਤਾਂ ਸਿਰਫ ਵਿਚਾਰ ਸੀ, ਪਰ ਇਹਨਾਂ ਕੋਲੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦਾ ਵਿਚਾਰ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਕਿਰਪਾਨ ਹੈ, ਇਹਨਾਂ ਨੂੰ ਖਤਮ ਨਹੀਂ ਕਰ ਸਕਦਾ। ਜੇ ਖਤਮ ਕਰਨ ਤੁਰੇਗਾ ਤੇ ਆਪਣਾ ਫਿਰ ਤੂੰ ਵੀ ਸੀਸ ਤਲੀ ਤੇ ਰੱਖ ਕੇ ਹੀ ਤੁਰੀ। ਕਿਉਂ? ਜਿੱਥੇ ਇਹ ਜਿੰਨੇ ਨਰਮ ਨੇ ਉਥੇ ਉਹਨੇ ਇਹ ਗਰਮ ਵੀ ਨੇ। ਇਹ ਨੰਨਾ ਬੜੀ ਜਲਦੀ ਹਟਾ ਦਿੰਦੇ ਨੇ, ਇਹ ਗੱਗਾ ਬੜੀ ਜਲਦੀ ਲਾ ਲੈਂਦੇ ਨੇ। ਇਹ ਨਰਮ ਵੀ ਨੇ ਤੇ ਨਾਲ ਗਰਮ ਵੀ ਨੇ। ਇਹ ਓਨੀ ਦੇਰ ਬਸ ਸਹਿੰਦੇ ਨੇ ਜਿੰਨੀ ਦੇਰ ਸਹਿਣ ਦੀ ਸ਼ਕਤੀ ਹੋਵੇ, ਨਹੀਂ ਤੇ ਫਿਰ ਗੋਬਿੰਦ ਦੇ ਬੋਲ ਚੇਤੇ ਆ ਜਾਂਦੇ ਨੇ। ਚੌਂਕਾਰ ਅੱਜ ਹਲਾਹੀਲ ਤੇ ਦਰਗਜਸਤ, ਹਲਾਲਸਤ ਬੁਰਦਨਵਾ ਸ਼ਮਸ਼ੀਰ ਦਸਤ। ਇਹ ਉਸ ਸਮੇਂ ਕਿਰਪਾਨ ਦੇ ਮੁੱਠੇ ਨੂੰ ਹੱਥ ਪਾ ਲੈਂਦੇ ਨੇ। ਕਿਉਂ? ਇਹਨਾਂ ਦਾ ਗੁਰੂ ਆ ਕੇ ਗਿਆ ਸੀ, ਜਿੰਨੀ ਦੇਰ ਸਹੀ ਜਾਂਦੀ ਹੈ ਸਹਿਓ, ਭੈ ਕਾਹੂ ਕੋ ਦੇਤ ਨੈ ਪੈ ਮਾਨਤ ਆਨ। ਜਿੰਨੀ ਦੇਰ ਸਹੀ ਜਾਂਦੀ ਹੈ ਸਹਿ ਲਿਓ, ਜਦੋਂ ਗੱਲ ਬਸੋਂ ਬਾਹਰ ਹੋ ਗਈ ਕਿਰਪਾਨ ਦੇ ਮੁੱਠੇ ਨੂੰ ਹੱਥ ਪਾ ਲਿਓ। ਇਹ ਅੱਜ ਭੁੱਲੇ ਨਹੀਂ, ਇਹ ਤੇਗਾਂ ਚਲਾਉਣੀਆਂ ਵੀ ਭੁੱਲੇ ਨਹੀਂ, ਇਹ ਸ਼ਹੀਦੀਆਂ ਦੇਣੀਆਂ ਵੀ ਭੁੱਲੇ ਨਹੀਂ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ, ਜਿਹੜੇ ਪਰਮੇਸ਼ਰ ਦੀ ਬਾਤ ਗੁਰੂ ਕਰ ਰਹੇ ਨੇ, ਉਸੇ ਪਰਮੇਸ਼ਰ ਦਾ ਸ਼ਹੀਦੀ ਦਿਹਾੜਾ, ਪਰਮੇਸ਼ਰ ਦਾ ਸ਼ਹੀਦੀ ਦਿਹਾੜਾ ਮੈਂ ਤਾਂ ਬਚਨ ਵਰਤ ਰਿਹਾ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਤੇ ਨਿਰੰਕਾਰ ਵਿੱਚ ਫਰਕ ਕੋਈ ਨਹੀਂ, ਰਤਾ ਮਾਤਰ ਫਰਕ ਨਹੀਂ। ਹਾਂ, ਤਰਕੀ ਲੋਕ ਤਾਂ ਕਹਿੰਦੇ ਨੇ ਉਹ ਵੀ ਮਨੁੱਖ, ਉਹ ਮਨੁੱਖ ਸੀ ਤੇ ਪ੍ਰਮਾਤਮਾ ਕੋਈ ਹੋਰ ਹੈ। ਨਹੀਂ ਪਿਆਰ ਵਾਲਿਆ, ਤੇਰੇ ਨੇਤਰ ਨਹੀਂ ਬਣੇ, ਤੇਰੇ ਅਜੇ ਭਾਵਨਾ ਦੀ ਅੱਖ ਨਹੀਂ ਬਣੀ। ਸਤਿਗੁਰੂ ਕਿਰਪਾ ਕਰਨ, ਸ਼ਹੀਦੀ ਦਿਹਾੜਾ ਮਨਾਉਣ ਲੱਗੇ ਆ। ਇਹਨਾਂ ਪਾਵਨ ਸਥਾਨਾਂ ਤੇ ਪਿਛਲੇ ਦਿਨਾਂ ਤੋਂ ਸਮਾਗਮ ਚੱਲ ਰਹੇ ਨੇ ਤੇ 24 ਤਰੀਕ ਤੱਕ ਲਗਾਤਾਰ ਅੰਮ੍ਰਿਤ ਵੇਲੇ ਤੋਂ ਦੇਰ ਰਾਤ ਤੱਕ ਇਹ ਸਮਾਗਮ ਨਿਰੰਤਰ ਚੱਲਦੇ ਰਹਿਣਗੇ, ਜਿਨ੍ਹਾਂ ਵਿੱਚ ਇੱਕ ਦਿਨ ਆਪ ਜੀ ਨੂੰ ਅੱਜ ਕਵੀਸਰੀ ਦਰਬਾਰ
ਕੱਲ ਨੂੰ ਕਰਵੀ ਦਰਬਾਰ, ਪਰਸੋਂ ਨੂੰ ਢਾਡੀ ਦਰਬਾਰ, ਚੌਥੇ ਨੂੰ ਨਗਰ ਕੀਰਤਨ, ਪੰਜਵੇਂ ਤੇ ਛੇਵੇਂ ਨੂੰ ਫਿਰ ਜੋ ਗੁਰਮਤ ਸਮਾਗਮ ਤੁਰਨਗੇ। ਇਸੇ ਤਰੀਕੇ ਲੜੀ ਚੱਲਦੀ ਰਹੇਗੀ ਤੇ ਸਾਰੇ ਪ੍ਰੋਗਰਾਮ ਆਪ ਜੀ ਗੁਰੂ ਘਰ ਆ ਕੇ ਸਰਵਣ ਕਰੋ। ਜਿਹੜਾ ਕਿਸੇ ਕਾਰਨ ਨਹੀਂ ਆ ਸਕਦਾ, ਜਿਹਨੂੰ ਕੋਈ ਮਹਿਸੂਸ ਹੁੰਦੀ ਹੈ ਦਿੱਕਤ, ਤਾਂ ਗੁਰੂ ਨੇ ਕਿਰਪਾ ਕੀਤੀ ਹੈ ਇਹਨਾਂ ਸਮਾਗਮਾਂ ਦਾ ਤੁਸੀਂ ਲਾਈਵ ਵੀ ਆਨੰਦ ਮਾਣ ਸਕਦੇ ਹੋ। ਭਾਵ ਹਮੇਸ਼ਾ ਗੁਰੂ ਦੇ ਚਰਨਾਂ ਵਿੱਚ ਆਪਣਾ ਸਿਰ ਝੁਕਾਉਂਦੇ ਰਹੋ। ਮੈਂ ਬੇਨਤੀ ਇੱਕ ਹੋਰ ਕਰਾਂ, ਜਿੱਥੋਂ ਜਿੱਥੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਲੁਧਿਆਣੇ ਦੀਆਂ ਗਲੀਆਂ ਨੂੰ ਭਾਗ ਲਾਉਣੇ ਨੇ ਨਾ, ਮੇਰਾ ਗੁਰੂ ਤੇਗ ਬਹਾਦਰ ਮਹਾਰਾਜ ਉਹਨੇ ਆਪਣੀ ਸ਼ਹੀਦੀ ਦਿੱਤੀ ਤੇ ਫੁੱਲਾਂ ਦੇ ਚੰਦੋਏ ਹੇਠਾਂ ਬਹਿ ਕੇ ਉਹ ਸਾਰੇ ਨਗਰ ਨੂੰ ਭਾਗ ਲਾਉਣ ਤੁਰੇਗਾ 22 ਤਰੀਕ ਨੂੰ। ਉਹ ਜਿੱਥੋਂ ਜਿੱਥੋਂ ਲੰਘੇਗਾ, ਮੈਂ ਇੱਕ ਬੇਨਤੀ ਕਰਦਿਆਂ ਦਿਲ ਚਿੱਤ ਵਿੱਚ ਆਈ, ਵੇਖੋ ਆਪਾਂ ਜੇ ਗੁਰੂ ਦੇ ਚੋਲੇ ਦਾ ਇਤਿਹਾਸ ਪੜ੍ਹੀਏ, ਗੁਰੂ ਦਾ ਚੋਲਾ ਕੈਸਾ ਹੈ ਜੀ? ਯਾਦ ਕਰੋ ਉਹ ਗਵਾਲੀਅਰ ਦਾ ਕਿਲਾ। ਗੁਰੂ ਦਾ ਚੋਲਾ ਐਸਾ ਜਿਹੜਾ ਦੁਖੀਆਂ ਨੂੰ ਵੀ ਨਾਲ ਲੈ ਆਉਂਦਾ ਹੈ। ਜਿੱਥੇ ਜਿਹੜੇ ਝਾੜੂ ਵਾਲੇ ਸੇਵਾਦਾਰ ਨੇ ਉਹ ਨਗਰ ਕੀਰਤਨ ਦੇ ਅੱਗੇ ਬੜੀ ਸ਼ੌਂਕ ਨਾਲ, ਬੜੇ ਪਿਆਰ ਨਾਲ, ਉਤਸ਼ਾਹ ਸ਼ਰਧਾ ਨਾਲ ਸਫਾਈ ਕਰਦੇ ਨੇ। ਤੇ ਮੈਂ ਇੱਕ ਬੇਨਤੀ ਕਰਾਂਗਾ, ਕੋਈ ਇਹ ਨਾ ਕਹਿ ਦਵੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਲੰਘੇ ਸੀ ਤੇ ਖਲੇਰਾ ਪਾ ਕੇ ਚਲੇ ਗਏ। ਪਿਆਰ ਵਾਲਿਓ, ਕਦਰ ਗੁਰੂ ਦੀ ਕਰਿਓ। ਜਿੱਥੋਂ ਗੁਰੂ ਲੰਘ ਜਾਂਦਾ ਹੈ, ਗੁਰੂ ਦਾ ਚੋਲਾ ਵੀ ਦੁਖੀਆਂ ਨੂੰ ਨਾਲ ਲੈ ਆਉਂਦਾ ਹੈ। ਤੇ ਇੱਕ ਬੇਨਤੀ ਕਰਿਓ, ਕਈ ਗੁਰਮੁਖ ਪਿਆਰੇ, ਕਈ ਮੇਰੀਆਂ ਮਾਤਾਵਾਂ ਭੈਣਾਂ ਸਮੂਲੀਅਤ ਕਰਨਗੀਆਂ ਝਾੜੂ ਫੜ ਕੇ ਨਗਰ ਕੀਰਤਨ ਵਿੱਚ। ਜਿੱਥੇ ਤੁਸੀਂ ਗੁਰੂ ਦੇ ਸਤਿਕਾਰ ਵਿੱਚ ਅੱਗੇ ਅੱਗੇ ਝਾੜੂ ਮਾਰਨਾ, ਉੱਥੇ ਜਿਉਂ ਨਗਰ ਕੀਰਤਨ ਜਿੱਥੇ ਸਮਾਪਤ ਹੋਏਗਾ, ਤੁਸੀਂ ਪਿੱਛੇ ਵੀ ਝਾੜੂ ਮਾਰਦੇ ਹੀ ਜਾਣਾ। ਇਹ ਭਾਵਨਾ ਪਿਆਰ ਵਾਲੀ ਏ ਵੀ ਗੁਰੂ ਜਿੱਥੋਂ ਲੰਘਿਆ ਉਹ ਖਲਾਰਾ ਨਹੀਂ ਫਿਰ ਪਾ ਕੇ ਜਾਂਦਾ, ਉਹ ਤੇ ਦੁਖੀਆਂ ਨੂੰ ਨਾਲ ਲੈ ਕੇ ਚਲਾ ਜਾਂਦਾ। ਇਹ ਚੋਲੇ ਦਾ ਇਤਿਹਾਸ ਮੈਂ ਤੁਹਾਨੂੰ ਸੁਣਾ ਰਿਹਾ। ਕੋਈ ਇਹ ਨਾ ਕਹਿ ਦਵੇ ਵੀ ਨਗਰ ਕੀਰਤਨ ਗੁਜਰਿਆ ਸੀ, ਆ ਕਾਪਾ, ਪਲੇਟਾਂ, ਚਮਚੇ ਆ, ਡਿਸਪੋਜ਼ਲ ਖਿੰਡਿਆ ਪਿਆ। ਇਤਨੀ ਕੁ ਬਾਤ ਦਾ ਚੰਗੀ ਲੱਗੀ ਤਾਂ ਮਨ ਜ਼ਰੂਰ ਲਿਆ ਜੇ, ਬੇਨਤੀ ਹੈ। ਔਰ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪ ਸਮੁੱਚੀ ਸੰਗਤ ਨੂੰ ਬੇਨਤੀ ਹੈ, 22 ਤਰੀਕ ਨੂੰ 1 ਵਜੇ, ਸਹੀ 1 ਵਜੇ ਪੰਜਾਂ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਰਵਾਨਾ ਹੋਏਗਾ। ਆਪ ਨੇ ਸਮੇਂ ਅਨੁਸਾਰ ਪਹੁੰਚਣ ਦੀ ਖੇਚਲ ਕਰਨੀ। ਹੋਈਆਂ ਵਿਚਾਰਾਂ ਦਾਤਾ ਕਿਰਪਾਲੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਵਾਨ ਕਰਨ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣ। ਆਓ 2 ਮਿੰਟ ਸਤਿਗੁਰੂ ਦੇ ਚਰਨਾਂ 'ਚ ਹਾਜ਼ਰੀ ਲਵਾਈਏ। ਕਰੋ ਮਨ ਬਿਰਤੀਆਂ ਕਾਗਰ ਤੇ ਜਵਾਨੋਂ ਆਖੋ ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਸਾਰੇ ਜੁੜ ਜਾਓ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ।
ਆਖੋ ਸਤਨਾਮ ਸ੍ਰੀ ਵਾਹਿਗੁਰੂ। ਦਾਤਾ ਕਿਰਪਾਲੂ ਸਿਰ ਤੇ ਮਿਹਰ ਭਰਿਆ ਹੱਥ ਰੱਖਣ, ਭੁੱਲਾਂ ਦੀ ਖਿਮਾ ਬਖਸ਼ਣ, ਝੋਲੀਆਂ ਵਿੱਚ ਸੇਵਾ ਸਿਮਰਨ ਨਾਮ ਦੀਆਂ ਦਾਤਾਂ ਪਾ ਕੇ ਨਦਰੋ ਨਦਰ ਨਿਹਾਲ ਕਰਨ। ਬਖਸ਼ੋ ਆਗਿਆ, ਬੁਲਾਓ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ।